ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਰਾਮਕਲੀ ਦੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 11 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 12ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਅੱਜ ਦੀ ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 952 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਨਾ ਸਤ ਦੁਖੀਆਂ ਨਾ ਸਤ ਸੁਖੀਆਂ, ਨਾ ਸਤ ਪਾਣੀ ਜੰਤ ਫਿਰਹਿ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ਼ ਫਿਰੈ। ਇੱਥੇ ਸਤ ਦਾ ਮਤਲਬ ਹੈਗਾ ਸਿੱਧੀ। ਵੈਸੇ ਕਈਆਂ ਨੇ ਇੱਥੇ ਨਾਸਤ ਨੂੰ ਨਾਸਤ ਸ਼ਬਦ ਪੜਨ ਦੀ ਵੀ ਆਪਣੀ ਵਿਚਾਰ ਦਿੱਤੀ ਹੈ, ਲੇਕਿਨ ਨਾ ਔਰ ਸਤ ਵੱਖਰੇ ਵੱਖਰੇ ਸ਼ਬਦ ਨੇ। ਇੱਥੇ ਸਤ ਦਾ ਮਤਲਬ ਹੈ ਸਿੱਧੀ, ਸਫਲਤਾ। ਨਾ ਸਤ ਦੁਖੀਆ ਨਾ ਸਤ ਸੁਖੀਆ। ਦੁਖੀਆ ਦਾ ਮਤਲਬ ਦੁਖੀ ਹੋਣ ਦੇ ਨਾਲ ਜੇ ਤਪ ਆਦਿਕ ਸਹਾਰ ਕੇ ਬੰਦਾ ਦੁੱਖ ਪਾਵੇ, ਯਾਨੀ ਮਨ ਹਟ ਦੇ ਜੋ ਕਰਮ ਨੇ ਉਹ ਕਰੇ। ਜਿਵੇਂ ਧੂਣੀਆਂ ਤਾਂ ਤਪੱਸਿਆ ਕਰਨੀ, ਪਾਣੀ ਆਦਿਕ ਵਿੱਚ ਵਿਚਰਨਾ, ਜਾਂ ਪਹਾੜਾਂ ਤੇ ਚੜਨਾ, ਗੁਫਾਵਾਂ ਵਿੱਚ ਬਹਿਣਾ, ਜਾਂ ਹੋਰ ਮਤਲਬ ਦੁੱਖ ਵਾਲੇ ਕਰਮ ਕਰਨੇ, ਸਰੀਰ ਨੂੰ ਦੁੱਖ ਦੇਣੇ। ਤੇ ਸੁਖੀਆ ਦਾ ਮਤਲਬ ਹੈ ਕਿ ਸੁਖੀ ਹੋ ਕੇ ਪੈ ਰਹਿਣਾ, ਕੁਛ ਕਰਨਾ ਹੀ ਨਾ, ਕੰਮ ਹੀ ਕਰਨਾ, ਕੁਛ ਵੀ ਨਾ ਕਰਨਾ। ਪਾਣੀ ਜੰਤ ਫਿਰਨ ਦਾ ਮਤਲਬ ਪਾਣੀ ਦੇ ਵਿੱਚ ਵਿਚਰਨਾ ਜਾਂ ਪਾਣੀ ਦੇ ਵਿੱਚ ਖਲੋਣਾ ਆਦਿਕ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਤਪ ਆਦਿਕਾਂ ਦੇ ਨਾਲ ਦੁਖੀ ਹੋਣ ਵਿੱਚ ਵੀ ਸਫਲਤਾ ਨਹੀਂ ਮਿਲਦੀ ਔਰ ਸੁਖ ਰਹਿਣਾ ਹੋਣ ਵਿੱਚ ਵੀ ਨਹੀਂ ਹੈ, ਤੇ ਪਾਣੀ ਵਿੱਚ ਖਲੋਣ ਵਿੱਚ ਵੀ ਨਹੀਂ। ਜੇ ਪਾਣੀ ਵਿੱਚ ਖਲੋਣ ਨਾਲ ਜਿਹੜੇ ਲੋਕ ਸਮਝਦੇ ਨੇ ਕਿ ਪਾਣੀ ਵਿੱਚ ਖਲੋ ਕੇ ਤਪ ਕੀਤਿਆਂ ਰੱਬ ਮਿਲੇਗਾ, ਸਫਲਤਾ ਮਿਲੇਗੀ, ਤਾਂ ਗੁਰੂ ਜੀ ਕਹਿੰਦੇ ਨੇ ਪਾਣੀ ਦੇ ਅੰਦਰ ਅਨੇਕਾਂ ਜੀਵ ਜੰਤ ਫਿਰ ਰਹੇ ਨੇ, ਉਹਨਾਂ ਨੂੰ ਸਫਲਤਾ ਮਿਲ ਜਾਏ। ਤਾਂ ਤਪ ਆਦਿਕਾਂ ਦੇ ਨਾਲ ਦੁਖੀ ਹੋਣ ਵਿੱਚ ਵੀ ਸਫਲਤਾ ਨਹੀਂ ਹੈ ਆਤਮਿਕ ਜੀਵਨ ਵਿੱਚ, ਔਰ ਸੁਖ ਰਹਿਣਾ ਹੋਣ ਵਿੱਚ ਵੀ ਕਿ ਕੋਈ ਕੰਮ ਕਰੇ ਹੀ ਨਾ ਬੰਦਾ, ਉਹਦੇ ਵਿੱਚ ਵੀ ਸਫਲਤਾ ਨਹੀਂ ਹੈ। ਔਰ ਪਾਣੀ ਦੇ ਵਿੱਚ ਖਲੋਣ ਵਿੱਚ, ਪਾਣੀ ਵਿੱਚ ਖਲੋ ਕੇ ਤਪੱਸਿਆ ਕਰਨ ਵਿੱਚ ਵੀ ਸਫਲਤਾ ਨਹੀਂ ਹੈ। ਜੇ ਐਵੇਂ ਹੁੰਦਾ ਹੋਵੇ ਤਾਂ ਅਨੇਕਾਂ ਜੀਵ ਪਾਣੀ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸਿੱਧੀ ਮਿਲ ਜਾਏ, ਸਫਲਤਾ ਮਿਲ ਜਾਏ, ਭਾਵ ਮੁਕਤੀ ਮਿਲ ਜਾਏ। ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ਼ ਫਿਰੈ। ਮੂੰਡ ਦਾ ਮਤਲਬ ਸਿਰ, ਮੂੰਡ ਮੁੰਡਾਈ ਕੇਸੀ ਦਾ ਮਤਲਬ ਹੈ ਸਿਰ ਦੇ ਕੇਸ ਮਨਾਇਆ। ਰੁੰਡ ਮੁੰਡ ਹੋਣ ਦੇ ਨਾਲ ਕਈ ਸਾਧੂ ਨੇ, ਜਿਵੇਂ ਖਾਸ ਕਰਕੇ ਜੈਨੀ ਨੇ, ਤਾਂ ਉਹਨਾਂ ਦੇ ਵਿੱਚੋਂ ਬਹੁਤੇ ਰੁੰਡ ਮੁੰਡ ਹੋ ਜਾਂਦੇ ਨੇ। ਤੇ ਪੜਿਆ ਦਾ ਮਤਲਬ ਧਰਮ ਗ੍ਰੰਥਾਂ ਨੂੰ ਪੜ੍ਹਨਾ ਔਰ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਚਰਚਾ ਕਰਨ ਵਾਸਤੇ ਵਿਚਰਨਾ, ਫਿਰਨਾ, ਦੇਸ਼ਾਂ ਵਿੱਚ ਵਿਚਰਨਾ। ਤਾਂ ਗੁਰੂ ਜੀ ਕਹਿੰਦੇ ਨੇ ਸਿਰ ਦੇ ਕੇਸ ਮੁਨਾਣ ਨਾਲ ਰੁੰਡ ਮੁੰਡ ਹੋ ਜਾਣ ਵਿੱਚ ਵੀ ਸਫਲਤਾ ਨਹੀਂ ਹੈ, ਆਤਮਿਕ ਜੀਵਨ ਨਹੀਂ ਮਿਲਦਾ। ਤੇ ਦੂਜੇ ਨੰਬਰ ਦੇ ਉੱਤੇ ਹੈਗਾ ਕਿ ਜਨਮ ਮਨੋਰਥ ਦੀ ਜੋ ਸਫਲਤਾ ਹੈ, ਵਿਦਵਾਨ ਬਣ ਕੇ ਹੋਰ ਲੋਕਾਂ ਨੂੰ ਜਿੱਤਣ ਵਾਸਤੇ ਦੇਸ਼ਾਂ ਵਿੱਚ ਫਿਰਨਾ, ਇਹਦੇ ਵਿੱਚ ਵੀ ਆਤਮਿਕ ਜੀਵਨ ਦੀ ਸਫਲਤਾ ਨਹੀਂ ਹੈ। ਕਿ ਜੇ ਕੋਈ ਬਹੁਤ ਸਾਰੇ ਧਰਮ ਗ੍ਰੰਥ ਪੜ੍ਹ ਲੈਂਦਾ ਹੈ ਤੇ ਜੇ ਉਹ ਸਮਝੇ ਕਿ ਸਿਰਫ ਧਰਮ ਗ੍ਰੰਥ ਪੜ੍ਹਨ ਦੇ ਨਾਲ ਹੀ ਮੈਨੂੰ ਆਤਮਿਕ ਸਫਲਤਾ ਜਾਂ ਆਤਮਿਕ ਜੀਵਨ ਮਿਲ ਜਾਏਗਾ, ਤਾਂ ਐਵੇਂ ਨਹੀਂ ਹੁੰਦਾ। ਕਿਉਂਕਿ ਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਥਾਂ ਥਾਂ ਤੇ ਬਚਨ ਕਰਕੇ ਸਾਨੂੰ ਸਮਝਾਇਆ ਹੈ, वेद पुराण पढ़े का क्या गुण, खर चंदन जस भारा, ਜਾਂ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ। ਔਰ ਦੇਸ਼ਾਂ ਦੇ ਅੰਦਰ ਫਿਰਨਾ, ਇੱਕ ਦੇਸ਼ ਤੋਂ ਦੂਜੇ ਦੇਸ਼, ਇੱਕ ਜੰਗਲ ਤੋਂ ਦੂਜੇ ਜੰਗਲ, ਯਾਨੀ ਸੰਸਾਰ ਦੇ ਵਿੱਚ ਵਿਚਰਦੇ ਰਹਿਣਾ। ਕੇਵਲ ਫਿਰਨ ਦੇ ਨਾਲ ਜਿਹੜੀ ਹੈ ਆਤਮਿਕ ਜੀਵਨ ਵਿੱਚ ਸਫਲਤਾ ਨਹੀਂ ਮਿਲਦੀ, ਆਤਮਿਕ ਜੀਵਨ ਵਿੱਚ ਉੱਚਤਾ ਹਾਸਲ ਨਹੀਂ ਹੁੰਦੀ। ਇਹ ਕਰਮ ਆਤਮਿਕ ਜੀਵਨ ਵਾਸਤੇ ਕਰਨੇ ਤਾਂ ਇਹ ਸਮਾਂ ਖਰਾਬ ਕਰਨ ਵਾਲੀ ਗੱਲ ਹੈ। ਨਾ ਸਤ ਰੁੱਖੀ ਬਿਰਖੀ ਪੱਥਰ, ਆਪ ਤਛਾਵੇਂ ਦੁੱਖ ਸਹੇ। ਹੁਣ ਰੁੱਖਾਂ ਔਰ ਬਿਰਖਾਂ ਔਰ ਪੱਥਰਾਂ ਦੀ ਤਰ੍ਹਾਂ ਸਥਿਰ ਹੋ ਜਾਣ ਵਿੱਚ ਵੀ ਸਫਲਤਾ ਨਹੀਂ ਹੈ।
ਜੇਕਰ ਕਈ ਕਿਸਮ ਦੇ ਲੋਕ ਨੇ ਰੁੱਖਾਂ ਬਿਰਖਾਂ ਤੇ ਪੱਥਰਾਂ ਵਿੱਚ ਵੀ ਸਿੱਧੀ ਨਹੀਂ, ਆਪ ਤਛਾਵੇਂ ਦੁੱਖ ਸਹੇ, ਇਹ ਆਪਣੇ ਆਪ ਨੂੰ ਤਛਾਵੇਂ ਦਾ ਮਤਲਬ ਕਟਾਉਂਦੇ ਨੇ ਔਰ ਦੁੱਖ ਸਹਾਰਦੇ ਨੇ। ਹੁਣ ਰੁੱਖ ਦਰਖਤ ਨੇ, ਕੱਟੇ ਜਾਂਦੇ ਨੇ, ਛਿੱਲੇ ਜਾਂਦੇ ਨੇ, ਪੱਥਰ ਨੇ, ਤੋੜੇ ਫੋੜੇ ਜਾਂਦੇ ਨੇ, ਔਰ ਇਹ ਦੋਵੇਂ ਹੀ ਇੱਕ ਥਾਂ ਤੇ ਸਥਿਰ ਨੇ। ਰੁੱਖ ਵੀ ਇੱਕ ਥਾਂ ਤੇ ਖੜਾ ਹੈ, ਪੱਥਰ ਵੀ ਇੱਕ ਥਾਂ ਤੇ ਪਿਆ ਰਹਿੰਦਾ ਹੈ, ਆਪਣੇ ਆਪ ਨੂੰ ਕਟਾਉਂਦੇ ਵੀ ਨੇ ਔਰ ਆਪਣੇ ਆਪ ਨੂੰ ਛਿਲਾਉਂਦੇ ਵੀ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ ਹੋ ਕੇ ਆਪਣੇ ਉੱਤੇ ਕਈ ਤਰ੍ਹਾਂ ਦੇ ਕਸ਼ਟ ਸਹਾਰਿਆਂ ਵੀ ਆਤਮਿਕ ਜੀਵਨ ਦੇ ਅੰਦਰ ਉੱਚਤਾ ਨਹੀਂ ਮਿਲਦੀ। ਕਿ ਜੇ ਬੰਦਾ ਇੱਕੋ ਥਾਂ ਤੇ ਸਮਾਧੀ ਲਾ ਕੇ ਹੀ ਬੈਠਾ ਹੈ ਕਿ ਹਿੱਲਣਾ ਹੀ ਨਹੀਂ, ਮੀਂਹ ਆਵੇ ਨੇਰੀ ਜਾਏ, ਤਾਂ ਐਵੇਂ ਆਤਮਿਕ ਜੀਵਨ ਦੇ ਅੰਦਰ ਉੱਚਤਾ ਨਹੀਂ ਹੁੰਦੀ ਹੈ, ਐਵੇਂ ਸਫਲਤਾ ਜੀਵਨ ਦੇ ਅੰਦਰ ਮਿਲਦੀ ਨਹੀਂ ਹੈ। ਕਿਸੇ ਵੀ ਕੰਮ ਦੇ ਵਿੱਚ ਐਵੇਂ ਸਫਲਤਾ ਨਹੀਂ ਮਿਲਣੀ ਜੇ ਇੱਕੋ ਥਾਂ ਤੇ ਬੰਦਾ ਬੈਠਾ ਰਵੇ। ਤਾਂ ਇਹਨਾਂ ਕਰਮਾਂ ਦੇ ਨਾਲ ਕਦੇ ਵੀ ਆਤਮਿਕ ਜੀਵਨ ਦੇ ਅੰਦਰ ਉੱਚਤਾ ਨਹੀਂ ਮਿਲਦੀ। ਤਾਂ ਇਹ ਉਹਨਾਂ ਲੋਕਾਂ ਦਾ ਖੰਡਨ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਐਸੇ ਕਰਮ ਕਰਨ ਨੂੰ ਆਤਮਿਕ ਜੀਵਨ ਵਿੱਚ ਉੱਚਤਾ ਪਾਉਣ ਦਾ ਸਾਧਨ ਮੰਨਦੇ ਨੇ। ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਕਾਹ ਚਰੇ। ਇਹਨੂੰ ਬਧੇ ਨਹੀਂ ਪੜਨਾ, ਨਾ ਸਤ ਹਸਤੀ ਬਧੇ, ਇਹਨੂੰ ਬੱਧੇ ਪੜਨਾ ਹੈ, ਬੱਬੇ ਤੇ ਅੱਧਕ ਲਗਾ ਕੇ। ਤੇ ਗਾਈ ਨਹੀਂ ਪੜਨਾ, ਗਾਈ ਪੜਨਾ ਹੈ। ਗਾਈ ਦਾ ਮਤਲਬ ਗਾਵਾਂ। ਕਾਹੋ ਨਹੀਂ ਪੜਨਾ, ਕਾਹ ਪੜਨਾ ਹੈ। ਨਾ ਸਤ ਗਾਈ ਕਾਹ ਚਰੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੁਨਿਆਵੀ ਐਸ਼ਵਰਜ ਵਿੱਚ ਜਦੋਂ ਕਿ ਸੰਗਨਾਂ ਨਾਲ ਹਾਥੀ ਘਰ ਬੰਨੇ ਹਨ ਔਰ ਗਾਈਆਂ ਦੇ ਇੱਜੜ ਬਾਹਰ ਗੁਜ਼ਰਦੇ ਨੇ, ਤਾਂ ਇਹਨਾਂ ਚੀਜ਼ਾਂ ਦੇ ਵਿੱਚ ਵੀ ਸਫਲਤਾ ਨਹੀਂ ਹੈ। ਜੇ ਕਿਸੇ ਦੇ ਕੋਲ ਬਹੁਤ ਸਾਰੀ ਅਮੀਰੀ ਹੋਵੇ, ਕਿ ਸੰਗਲਾਂ ਦੇ ਨਾਲ ਘਰ ਵਿੱਚ ਹਾਥੀ ਬੱਧੇ ਹੋਏ ਹੋਣ, ਬਹੁਤ ਸਾਰੀਆਂ ਗਾਵਾਂ ਆਦਿਕ ਯਾਨੀ ਪਸ਼ੂ ਹੋਣ, ਯਾਨੀ ਅਮੀਰੀ ਹੋਵੇ, ਤਾਂ ਪਹਿਲੀ ਗੱਲ ਤਾਂ ਇਸ ਤਰ੍ਹਾਂ ਵੀ ਜਿਹੜੀ ਹੈ ਸਫਲਤਾ ਨਹੀਂ ਮਿਲਦੀ। ਤੇ ਦੂਜਾ ਜੋ ਇਸ ਦਾ ਭਾਵ ਹੈ ਇਸ ਪੰਕਤੀ ਦਾ, ਸੰਗਲ ਲੱਕ ਨਾਲ ਬੰਨਣ ਵਿੱਚ ਵੀ ਸਿੱਧੀ ਨਹੀਂ ਹੈ, ਕਿਉਂਕਿ ਹਾਥੀ ਸੰਗਲਾਂ ਦੇ ਨਾਲ ਬੱਧੇ ਹੋਏ ਹੁੰਦੇ ਨੇ। ਕਈ ਸਾਧੂ ਵੇਖੋ ਨਾ ਲੱਕਾਂ ਦੇ ਨਾਲ ਸੰਗਲ ਬੰਨੀ ਫਿਰਦੇ ਨੇ, ਤੇ ਉਹ ਸਮਝਦੇ ਨੇ ਕਿ ਸ਼ਾਇਦ ਇਸ ਤਰ੍ਹਾਂ ਸਿੱਧੀ ਮਿਲ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਜੇ ਇਸ ਤਰ੍ਹਾਂ ਸੰਗਲ ਬੰਨਣ ਦੇ ਨਾਲ ਸਿੱਧੀ ਮਿਲਦੀ ਹੋਵੇ ਤੇ ਹਾਥੀ ਹਮੇਸ਼ਾ ਸੰਗਲਾਂ ਦੇ ਨਾਲ ਬੰਨੇ ਹੀ ਰਹਿੰਦੇ ਨੇ। ਨਾ ਸਤ ਗਾਈ ਕਾਹ ਚਰੇ, ਗਾਈਆਂ ਘਾਹ ਚਰਦੀਆਂ ਨੇ। ਤੇ ਕਈ ਸਾਧੂ ਨੇ ਜਾਂ ਇਨਸਾਨ ਨੇ ਉਹ ਜਿਹੜੇ ਕਹਿੰਦੇ ਨੇ ਅੰਨ ਨਹੀਂ ਖਾਣਾ, ਕੰਦਮੂਲ ਖਾਣਾ ਹੈ, ਜੰਗਲਾਂ ਵਿੱਚ ਰਹਿਣਾ ਹੈ। ਤੇ ਜੰਗਲਾਂ ਵਿੱਚ ਰਹਿ ਕੇ ਕੰਦਮੂਲ ਖਾ ਕੇ ਜੇ ਆਤਮਿਕ ਜੀਵਨ ਮਿਲਦਾ ਹੋਵੇ ਤਾਂ ਗੁਰੂ ਜੀ ਕਹਿੰਦੇ ਨੇ ਗਾਵਾਂ ਜੰਗਲਾਂ ਵਿੱਚ ਫਿਰਦੀਆਂ ਨੇ ਔਰ ਹਮੇਸ਼ਾ ਹੀ ਘਾਹ ਖਾਂਦੀਆਂ ਨੇ, ਉਹਨਾਂ ਨੂੰ ਮੁਕਤੀ ਮਿਲ ਜਾਏ। ਤਾਂ ਇਸੇ ਜਿਹੜੇ ਕਰਮ ਕਾਂਡ ਨੇ ਉਹਨਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ, ਉਹਨਾਂ ਦੇ ਨਾਲ ਆਤਮਿਕ ਉੱਚਤਾ ਨਹੀਂ ਮਿਲਦੀ, ਉਹਨਾਂ ਦੇ ਨਾਲ ਕਦੇ ਵੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ ਔਰ ਜੀਵਨ ਦੇ ਅੰਦਰ ਸ਼ੁਭ ਗੁਣ ਨਹੀਂ ਹੁੰਦੇ। ਬੇਸ਼ੱਕ ਕੋਈ ਲੱਕਾਂ ਦੇ ਨਾਲ ਸੰਗਲ ਬੰਨੀ ਫਿਰੇ ਜਾਂ ਜੰਗਲਾਂ ਦੇ ਅੰਦਰ ਵਿਚਰ ਕੇ ਕੰਦਮੂਲ ਆਦਿ ਖਾਂਦਾ ਰਹੇ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੇ। ਇੱਥੇ ਸਿੱਧ ਦਾ ਮਤਲਬ ਹੈ ਸਫਲਤਾ। ਜਿਸ ਹੱਥ ਸਿੱਧ, ਜਿਸ ਦੇ ਹੱਥ ਵਿੱਚ ਸਫਲਤਾ ਹੈ, ਦੇਵੈ ਜੇ ਸੋਈ, ਜੇ ਉਹ ਦੇ ਦਵੇ, ਜਿਸ ਨੂੰ ਦੇ, ਜਿਸ ਨੂੰ ਦਿੰਦਾ ਹੈ, ਤਿਸ ਆਏ ਮਿਲੇ, ਉਸ ਨੂੰ ਸਫਲਤਾ ਮਿਲ ਜਾਂਦੀ ਹੈ। ਜਿਸ ਦੇ ਹੱਥ ਵਿੱਚ ਸਫਲਤਾ ਹੈ, ਜੇ ਉਹ ਸਫਲਤਾ ਦੇਵੇ ਤਾਂ ਉਸ ਨੂੰ ਸਫਲਤਾ ਮਿਲ ਜਾਂਦੀ ਹੈ। ਤਾਂ ਹੁਣ ਸਫਲਤਾ ਕਿਹਦੇ ਹੱਥ ਵਿੱਚ ਹੈ? ਪ੍ਰਭੂ ਦੇ ਹੱਥ ਵਿੱਚ, ਯਾਨੀ ਰੱਬ ਦੇ ਹੁਕਮ ਦੇ ਵਿੱਚ। ਜੋ ਸਫਲਤਾ ਹੈ ਉਹ ਹੈ ਹੁਕਮ ਦੇ ਅੰਦਰ, ਤੇ ਜਿਸ ਨੂੰ ਹੁਕਮ ਵਿੱਚ ਤੁਰਨ ਦੀ ਸੂਝ ਪ੍ਰਭੂ ਬਖਸ਼ਦਾ ਹੈ, ਜੋ ਹੁਕਮ ਦੇ ਅੰਦਰ ਜ਼ਿੰਦਗੀ ਜੀਂਦਾ ਹੈ, ਉਹਨੂੰ ਸਫਲਤਾ ਮਿਲਦੀ ਹੈ। ਸਫਲਤਾ ਹੁਕਮ ਵਿੱਚ ਤੁਰਨ ਦੇ ਨਾਲ, ਤੇ ਹੁਕਮ ਦਾ ਮਤਲਬ ਜੋ ਕੁਦਰਤ ਦੇ ਨੇਮ ਨੇ, ਕੁਦਰਤ ਦੀ ਨਿਯਮਾਵਲੀ ਹੈ, ਜੋ ਸਿਸਟਮ ਹੈ। ਤਾਂ ਜੋ ਆਤਮਿਕ ਜੀਵਨ ਦੀ ਉੱਚਤਾ ਹੈ, ਸਫਲਤਾ ਹੈ, ਖੁਸ਼ੀ ਹੈ, ਖੇੜਾ ਹੈ, ਪ੍ਰਸੰਨਤਾ ਹੈ, ਇਹ ਸਾਰਾ ਕੁਝ ਹੁਕਮ ਦੇ ਅੰਦਰ ਹੈ। ਜਿਸ ਨੂੰ ਹੁਕਮ ਵਿੱਚ ਤੁਰਨ ਦੀ ਸੂਝ ਮਿਲ ਜਾਏ, ਜੋ ਹੁਕਮ ਦੇ ਅੰਦਰ ਤੁਰੇ, ਉਹਨੂੰ ਸਫਲਤਾ ਮਿਲ ਸਕਦੀ ਹੈ। ਤਾਂ ਜਿਸ ਦੇ ਹੱਥ ਵਿੱਚ ਸਫਲਤਾ ਹੈ, ਜਿਸ ਨੂੰ ਪਾਉਂਦਾ ਹੈ, ਜੇ ਉਹ ਸਫਲਤਾ ਦਿੰਦਾ ਹੈ ਤਾਂ ਸਫਲਤਾ ਮਿਲਦੀ ਹੈ। ਤਾਂ ਇਸ ਪੰਕਤੀ ਦਾ ਭਾਵ ਅਰਥ ਇਹ ਹੋਏਗਾ ਕਿ ਸਫਲਤਾ ਪ੍ਰਭੂ ਦੇ ਹੁਕਮ ਵਿੱਚ ਤੁਰਿਆ ਮਿਲਦੀ ਹੈ। ਜਿਸ ਨੂੰ ਪ੍ਰਭੂ ਦੇ ਹੁਕਮ ਦੀ ਸੂਝ ਮਿਲ ਜਾਏ, ਜੋ ਪ੍ਰਭੂ ਦੇ ਹੁਕਮ ਵਿੱਚ ਤੁਰੇ, ਉਸ ਨੂੰ ਸਫਲਤਾ ਮਿਲ ਸਕਦੀ ਹੈ। ਤਾਂ ਸਾਡੇ ਕੋਲ
ਜੀਵਨ ਸਫਲਤਾ ਦਾ ਰਾਜ ਆਇਆ ਪ੍ਰਭੂ ਦਾ ਹੁਕਮ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਹੁਕਮ ਰਜ਼ਾ ਦੇ ਅੰਦਰ ਤੁਰਨ ਦੀ ਪ੍ਰੇਰਨਾ ਦੇ ਰਹੀ ਹੈ। ਹੁਣ ਇਹ ਹੁਕਮ ਸ਼ਬਦ ਨੂੰ ਤੁਸੀਂ ਸਿਸਟਮ ਕਹਿ ਕੇ ਸਮਝੋਗੇ ਤਾਂ ਬਹੁਤ ਜਲਦੀ ਸਮਝ ਆ ਜਾਏਗੀ। ਤੇ ਇਹ ਵਿਚਾਰ ਅਸੀਂ ਕਰੀਬ ਹਰ ਰੋਜ਼ ਕਰ ਰਹੇ ਹਾਂ। ਹਰ ਸਫਲਤਾ ਵਾਸਤੇ ਕੋਈ ਨਾ ਕੋਈ ਰਿਕੁਆਇਰਮੈਂਟ ਹੈ। ਕੋਈ ਵੀ ਕੰਮ ਕਰਨ ਲਈ ਹਰ ਚੀਜ਼ ਦੀ ਰਿਕੁਆਇਰਮੈਂਟ ਹੈ। ਜਿਹੜਾ ਬੰਦਾ ਉਸ ਰਿਕੁਆਇਰਮੈਂਟ ਨੂੰ ਪੂਰਾ ਕਰੇਗਾ, ਉਸ ਸਿਸਟਮ ਨੂੰ ਫੋਲੋ ਕਰੇਗਾ, ਉਹ ਬੰਦਾ ਸਫਲਤਾ ਹਾਸਲ ਕਰ ਲਵੇਗਾ। ਹੁਣ ਇੱਕ ਮਾਮੂਲੀ ਜੀ ਗੱਲ ਹੈ, ਨਿੱਕੀ ਜੀ, ਰੋਟੀ ਬਣਾਣੀ ਹੈ ਨਾ। ਹੁਣ ਆਟਾ ਪਾਣੀ ਸਾਰਾ ਕੁਝ ਰਸੋਈ ਦੇ ਵਿੱਚ ਪਿਆ ਹੈ, ਤੇ ਉਹਦੇ ਵਾਸਤੇ ਸਫਲਤਾ ਕਿਹਨੂੰ ਮਿਲੇਗੀ ਰੋਟੀ ਬਣਾਉਣ ਦੀ? ਜਿਹੜਾ ਬੰਦਾ ਸਿਸਟਮ ਨੂੰ ਫੋਲੋ ਕਰੇਗਾ। ਹੁਣ ਆਟੇ ਵਿੱਚ ਪਾਣੀ ਓਨਾ ਕੁ ਪਾਣਾ ਹੈ ਜਿੰਨੇ ਦੇ ਨਾਲ ਨਾ ਸਹੀ ਆਟਾ ਹੋਏ। ਜੇ ਬਹੁਤ ਜ਼ਿਆਦਾ ਮਤਲਬ ਪਾਣੀ ਪਾ ਕੇ ਪਤਲਾ ਆਟਾ ਕਰ ਲੋਗੇ ਤੇ ਰੋਟੀ ਬਣਾਉਣ ਵਿੱਚ ਪ੍ਰੋਬਲਮ ਆਏਗੀ। ਸੇਕ ਕਿੰਨਾ ਕੁ ਚਾਹੀਦਾ ਰੋਟੀ ਨੂੰ, ਓਨਾ ਕੁ ਸੇਕ ਲਗਾਓਗੇ ਨਾ। ਜਿਹੜਾ ਉਹ ਸਿਸਟਮ ਨੂੰ ਫੋਲੋ ਕਰੇਗਾ ਉਹ ਬੰਦਾ ਰੋਟੀ ਬਣਾ ਲੇਗਾ। ਤੇ ਜਿਸ ਬੰਦੇ ਨੂੰ ਸਿਸਟਮ ਦਾ ਨਹੀਂ ਪਤਾ ਹੈ, ਜੇ ਉਹ ਕਵੇ ਕਿ ਰੋਟੀ ਬਣਾਉਣ ਵਾਸਤੇ ਆਟਾ, ਪਾਣੀ, ਅੱਗ ਤੇ ਤਵਾ ਚਾਹੀਦਾ, ਤੇ ਪਹਿਲਾਂ ਬੰਦਾ ਆਟੇ ਦੇ ਉੱਤੇ, ਤਵੇ ਦੇ ਉੱਤੇ ਆਟਾ ਭੁੰਨ ਲਏ, ਤੇ ਫਿਰ ਉਸ ਆਟੇ ਨੂੰ ਥੱਲੇ ਲਾ ਕੇ ਉਹਦੇ ਵਿੱਚ ਪਾਣੀ ਪਾ ਲਵੇ, ਤਾਂ ਐਵੇਂ ਰੋਟੀ ਨਾ ਬਣੇਗੀ। ਹਾਲਾਂਕਿ ਆਟਾ, ਪਾਣੀ, ਤਵਾ, ਅੱਗ ਹੀ ਸਾਰਾ ਕੁਝ ਯੂਜ਼ ਕਰ ਰਿਹਾ ਹੈ, ਪਰ ਯੂਜ਼ ਗਲਤ ਢੰਗ ਨਾਲ ਕਰ। ਤਾਂ ਉਹਦੇ ਵਾਸਤੇ ਇੱਕ ਸਿਸਟਮ ਹੈ। ਉਹ ਸਿਸਟਮ ਨੂੰ ਫੋਲੋ ਕਰਕੇ ਹੀ, ਇਸੇ ਤਰ੍ਹਾਂ ਜ਼ਿੰਦਗੀ ਦੇ ਅੰਦਰ ਹਰ ਚੀਜ਼ ਦਾ ਸਿਸਟਮ ਹੈ। ਜੇ ਤੁਸੀਂ ਖੁਸ਼ ਰਹਿਣਾ ਹੈ, ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰਨਾ ਹੈ, ਜੀਵਨ ਦੇ ਅੰਦਰ ਖੁਸ਼ੀਆਂ ਹਾਸਲ ਕਰਨੀਆਂ ਨੇ, ਪਰਿਵਾਰ ਦਾ ਮੇਲ ਮਿਲਾਪ ਠੀਕ ਰੱਖਣਾ ਹੈ, ਸਮਾਜ ਦੇ ਅੰਦਰ ਸੁਖ ਸ਼ਾਂਤੀ ਬਣਾ ਕੇ ਰੱਖਣੀ ਹੈ, ਤਾਂ ਉਹਦੇ ਵਾਸਤੇ ਸਿਸਟਮ ਹੈ ਨਾ ਸਾਰੇ ਦਾ ਸਾਰਾ, ਹੁਕਮ ਰਜ਼ਾ ਪਾਣਾ। ਜੋ ਸਿਸਟਮ ਨੂੰ, ਹੁਕਮ ਨੂੰ ਫੋਲੋ ਕਰੇਗਾ, ਉਸ ਇਨਸਾਨ ਨੂੰ ਸਫਲਤਾ ਮਿਲੇਗੀ। ਹੁਕਮ ਤੋਂ ਬਾਹਰ ਜਿੰਨੇ ਵੀ ਕਰਮ ਕਰੋਗੇ, ਸਫਲਤਾ ਨਹੀਂ ਮਿਲੇਗੀ। ਤਾਂ ਇਸ ਤਰ੍ਹਾਂ ਜੋ ਆਤਮਿਕ ਉੱਚਤਾ ਹੈ, ਉਹ ਰੱਬੀ ਰਜ਼ਾ ਦੇ ਵਿੱਚ ਤੁਰਨ ਦੇ ਨਾਲ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਨਾਨਕ ਤਾਕੋ ਮਿਲੇ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ। ਇੱਥੇ ਸ਼ਬਦ ਦਾ ਮਤਲਬ ਹੈ ਹੁਕਮ। ਤਾਕੋ ਮਿਲੇ ਵਡਾਈ ਦਾ ਮਤਲਬ ਉਸ ਨੂੰ ਵਡਿਆਈ ਮਿਲਦੀ ਹੈ, ਸਫਲਤਾ ਮਿਲਦੀ ਹੈ। ਘਟ ਦਾ ਮਤਲਬ ਹਿਰਦਾ, ਰਵੈ ਦਾ ਮਤਲਬ ਜਿਸ ਦੇ ਅੰਦਰ ਵਸਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਅੰਦਰ ਪ੍ਰਭੂ ਦਾ ਹੁਕਮ ਵਸਦਾ ਹੈ, ਜੋ ਰੱਬੀ ਹੁਕਮ ਦੇ ਅੰਦਰ ਤੁਰਦਾ ਹੈ, ਰੱਬੀ ਸਿਫਤ ਸਲਾਹ ਕਰਦਾ ਹੈ, ਸ਼ੁਭ ਗੁਣਾਂ ਦਾ ਧਾਰਨੀ ਹੁੰਦਾ ਹੈ। ਉਸ ਇਨਸਾਨ ਨੂੰ ਵਡਿਆਈ ਮਿਲਦੀ ਹੈ, ਸਫਲਤਾ ਮਿਲਦੀ। ਤਾਂ ਜਿੰਨੇ ਵੀ ਇਹ ਕਰਮ ਕਾਂਡ ਦੱਸੇ ਨੇ, ਇਹ ਕਰਮ ਕਾਂਡ ਕਰਨ ਦੇ ਨਾਲ ਕਦੇ ਜੀਵਨ ਵਿੱਚ ਉੱਚਤਾ ਨਹੀਂ ਮਿਲਦੀ, ਕਦੇ ਸਫਲਤਾ ਨਹੀਂ ਮਿਲਦੀ, ਕਦੇ ਆਤਮਿਕ ਜੀਵਨ ਨਹੀਂ ਮਿਲਦਾ, ਖੁਸ਼ੀਆਂ ਖੇੜੇ ਨਹੀਂ ਮਿਲਦੀਆਂ। ਸਗੋਂ ਖੁਸ਼ੀਆਂ ਖੇੜੇ, ਆਨੰਦ, ਪ੍ਰਸੰਨਤਾ, ਆਤਮਿਕ ਜੀਵਨ, ਪ੍ਰਭੂ ਮਿਲਾਪ ਉਸ ਨੂੰ ਮਿਲਦਾ ਹੈ ਜਿਸ ਦੇ ਹਿਰਦੇ ਦੇ ਅੰਦਰ, ਜਿਹਦੀ ਸੋਚ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਵਸਦੀ ਹੈ, ਯਾਨੀ ਜੋ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰਦਾ ਹੈ। ਹੁਣ ਇੱਕ ਬਚਨ ਪ੍ਰਭੂ ਦੇ ਮੂੰਹ ਚੋਂ ਅਖਵਾਰੇ ਨੇ, ਰੱਬ ਆਖ ਰਿਹਾ ਹੈ, ਸਭ ਘਟ ਮੇਰੇ ਹੋਂ ਸਭਨਾ ਅੰਦਰ, ਜਿਸੇ ਖੁਆਈ। ਇੱਥੇ ਬਿੰਦੀ ਲਾਣੀ ਹੈ, ਖੁਆਈ। ਖੁਆਈ ਦਾ ਮਤਲਬ ਮੈਂ ਖੁਜਾਂਦਾ ਹਾਂ। ਤਿਸ ਕੌਣ ਕਹੈ, ਪ੍ਰਭੂ ਕਹਿੰਦਾ ਹੈ ਕਿ ਸਾਰੇ ਸਰੀਰ ਮੇਰੇ ਨੇ। ਇਹ ਜਿੰਨੇ ਵੀ ਸਾਰੇ ਸਰੀਰ ਨੇ, ਸਾਰੇ ਸਰੀਰ ਮੇਰੇ ਨੇ। ਮੈਂ ਸਭਨਾ ਵਿੱਚ ਵਸਦਾ ਹਾਂ, ਭਾਵ ਕਿ ਪ੍ਰਭੂ ਸਭ ਥਾਂ ਤੇ ਵਿਆਪਕ ਹੈ ਔਰ ਸਾਰੇ ਸਰੀਰ ਪ੍ਰਭੂ ਦੇ ਨੇ। ਜਿਸੇ ਖੁਆਈ, ਜਿਹਨੂੰ ਮੈਂ ਖੁਆਰ ਕਰਦੇ ਹਾਂ, ਜਿਹਨੂੰ ਮੈਂ ਕੁਰਾਹੇ ਪਾਉਂਦਾ ਹਾਂ। ਤਿਸ ਕੌਣ ਕਹੇ, ਉਹਨੂੰ ਕੌਣ ਸਮਝਾ ਸਕਦਾ ਹੈ? ਉਹਨੂੰ ਕੋਈ ਸਮਝਾ ਨਹੀਂ ਸਕਦਾ ਜਿਹਨੂੰ ਮੈਂ ਖੁਜਾ ਦਿਆਂ। ਹੁਣ ਇਹ ਗੱਲ ਸਮਝਣ ਵਾਲੀ ਹੈ ਬੜੇ ਪ੍ਰੇਮ ਦੇ ਨਾਲ, ਥੋੜਾ ਜਿਹਾ ਬਰੀਕੀ ਨਾਲ, ਕਿ ਸਾਰੇ ਸਰੀਰ ਮੇਰੇ ਨੇ, ਸਾਰਿਆਂ ਸਰੀਰਾਂ ਦੇ ਅੰਦਰ ਮੈਂ ਵਸਦਾ ਹਾਂ। ਜਿਹਨੂੰ ਮੈਂ ਭੁਲਾ ਦਿਆਂ ਉਹਨੂੰ ਕੌਣ ਸਮਝਾ ਸਕਦਾ ਹੈ? ਹੁਣ ਇਹਦਾ ਮਤਲਬ ਸਾਡਾ ਆਪਣਾ ਆਪਾ ਰੱਬ ਹੈ ਨਾ, ਮਨ ਤੂੰ ਜੋਤ ਸਰੂਪ ਹੈ, ਤੇ ਆਪਣੇ ਆਪ ਨੂੰ ਅਸੀਂ ਆਪ ਭੁਲਾਇਆ ਹੋਇਆ ਨਾ। ਤੇ ਜਿਹੜਾ ਆਪਣੇ ਆਪ ਨੂੰ ਆਪ ਭੁਲਾਈ ਫਿਰਦਾ ਹੋਵੇ, ਗਲਤ ਰਾਹ ਤੇ ਪਾ ਦੇਵੇ, ਉਹਨੂੰ ਕੌਣ ਸਮਝਾ ਸਕਦਾ ਹੈ? ਜਿਹੜਾ ਬੰਦਾ ਆਪ ਕੁਝ ਸੋਚੇ ਹੀ ਨਾ, ਚੰਗਾ ਜਾਂ ਮਾੜਾ, ਔਰ ਜੋ ਮਰਜ਼ੀ ਕਰੀ ਜਾਏ ਬਿਨਾਂ ਸੋਚਣ ਸਮਝਣ ਤੋਂ, ਉਹਨੂੰ ਕੌਣ ਸਮਝਾਏ, ਉਹਨੂੰ ਕੌਣ ਰਾਏ ਪਾਏ?
ਜਿਸਹਿ ਦਿਖਾਲਾਂ ਵਾਟੜੀ ਤਿਸਹਿ ਭੁਲਾਵੇ ਕੌਣ। ਵਾਟੜੀ ਦਾ ਮਤਲਬ ਰਾਸਤਾ। ਜਿਹਨੂੰ ਮੈਂ ਸੋਹਣਾ ਰਾਸਤਾ ਵਿਖਾ ਦਿਆਂ, ਵਾਟੜੀ ਦਾ ਮਤਲਬ ਸੋਹਣਾ ਰਾਸਤਾ, ਉਹਨੂੰ ਭਲਾ ਕੌਣ ਭੁਲਾ ਸਕਦਾ? ਉਹਨੂੰ ਕੋਈ ਨਹੀਂ ਭੁਲਾ ਸਕਦਾ, ਕਿਉਂਕਿ ਰੱਬ ਤੁਹਾਡੇ ਅੰਦਰ ਹੈ, ਸਚਾਈ ਤੁਹਾਡੇ ਅੰਦਰ ਹੈ। ਜੇ ਤੁਸੀਂ ਸੱਚ ਨੂੰ ਜਾਣਨ ਦਾ ਯਤਨ ਕਰੋ, ਤੁਸੀਂ ਯੂਨੀਵਰਸਲ ਟਰੁੱਥ ਨੂੰ ਜੇ ਅਪਣਾ ਲਓ, ਤਾਂ ਤੁਹਾਨੂੰ ਕੌਣ ਭੁਲਾ ਸਕਦਾ? ਕੋਈ ਵੀ ਨਹੀਂ ਭੁਲਾ ਸਕਦਾ। ਭੁੱਲਣਾ ਹੈ ਜਦੋਂ ਅਸੀਂ ਆਪ ਭੁੱਲਣਾ ਹੈ। ਤਾਂ ਪ੍ਰਭੂ ਰੱਬ ਕਹਿੰਦਾ ਹੈ ਕਿ ਜਿਹਨੂੰ ਮੈਂ ਸੋਹਣਾ ਰਾਹ ਵਿਖਾ ਦਿਆਂ, ਉਹਨੂੰ ਭਲਾ ਕੌਣ ਭੁਲਾ ਸਕਦਾ ਹੈ? ਕੋਈ ਨਹੀਂ ਭੁਲਾ ਸਕਦਾ। ਜਿਹਨੂੰ ਹੁਕਮ ਦੀ ਸੂਝ ਆ ਜਾਏ, ਜਿਹਨੂੰ ਸਹੀ ਰਾਸਤੇ ਦਾ ਪਤਾ ਲੱਗ ਜਾਏ, ਜਿਹਨੂੰ ਯੂਨੀਵਰਸਲ ਟਰੁੱਥ ਦਾ ਪਤਾ ਲੱਗ ਜਾਏ, ਉਹਨੂੰ ਕੌਣ ਭੁਲਾ ਸਕਦਾ? ਕੋਈ ਵੀ ਨਾ। ਤਾਂ ਇਹਦਾ ਮਤਲਬ ਸਹੀ ਰਾਸਤਾ ਕਿੰਨੇ ਵੇਖਣਾ ਹੈ? ਅਸਾਂ ਆਪ ਵੇਖਣਾ ਨਾ, ਸਾਡਾ ਆਪਣਾ ਆਪਾ ਹੈ ਨਾ। ਤਾਂ ਅਸੀਂ ਆਪਣੇ ਆਪੇ ਨੂੰ ਵੇਖਣ ਦਾ ਯਤਨ ਕਰਨਾ ਹੈ, ਯੂਨੀਵਰਸਲ ਟਰੁੱਥ ਨੂੰ ਸਮਝਣ ਦਾ ਯਤਨ ਕਰਨਾ ਹੈ, ਔਰ ਸਹੀ ਰਾਸਤੇ ਤੇ ਜਾਣ ਦੀ ਤੇ ਭੁੱਲੇ ਹੋਏ ਹੋਣ ਦੀ ਖੁਦ ਜ਼ਿੰਮੇਵਾਰੀ ਲੈਣੀ ਹੈ, ਕਿਉਂਕਿ ਅਸੀਂ ਪ੍ਰਭੂ ਦਾ ਹੀ ਰੂਪ ਹਾਂ। ਮਨ ਤੋਂ ਜੋਤ ਸਰੂਪ ਹੈ, ਆਪਣਾ ਰੂਪ ਪਛਾਣ। ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੇ ਕੌਣ। ਤੇ ਜਿਸ ਨੂੰ ਮੈਂ ਜ਼ਿੰਦਗੀ ਦੇ ਸਫ਼ਰ ਦੇ ਸ਼ੁਰੂ ਵਿੱਚ ਹੀ ਭੁਲਾ ਦਿਆਂ, ਉਹਨੂੰ ਰਸਤਾ ਕੌਣ ਵਿਖਾ ਸਕਦਾ ਹੈ? ਪੰਧ ਸਿਰ, ਸਿਰ ਦਾ ਮਤਲਬ ਸਿਰੇ ਤੋਂ, ਪੰਧ ਸਿਰ ਦਾ ਮਤਲਬ ਸਿਰੇ ਤੋਂ, ਸਫ਼ਰ ਦੇ ਸ਼ੁਰੂ ਤੋਂ। ਜਿਹਨੂੰ ਮੈਂ ਜ਼ਿੰਦਗੀ ਦੇ ਸਫ਼ਰ ਦੇ ਸ਼ੁਰੂ ਤੋਂ ਹੀ ਭੁਲਾ ਦਿਆਂ, ਉਹਨੂੰ ਰਾਸਤਾ ਕੌਣ ਵਿਖਾ ਸਕਦਾ ਹੈ? ਹੁਣ ਜਿਹੜਾ ਜੀਵਨ ਦੇ ਸ਼ੁਰੂ ਤੋਂ ਹੀ ਗਲਤ ਰਾਹ ਤੇ ਤੁਰਿਆ ਹੋਇਆ ਹੈ, ਉਹਨੂੰ ਰਾਸਤਾ ਕੌਣ ਵਿਖਾਏ? ਤਾਂ ਜੀਵਨ ਤੇ ਅੰਦਰ ਗਲਤ ਰਾਸਤੇ ਤੇ ਕੌਣ ਚੱਲ ਰਿਹਾ ਹੈ? ਰੱਬ ਹੁਣ ਸਾਡੀ ਉਂਗਲੀ ਫੜ ਕੇ ਤੇ ਸਾਨੂੰ ਗਲਤ ਰਾਹ ਤੇ ਨਹੀਂ ਨਾ ਪਾ ਰਿਹਾ। ਰੱਬ ਸਾਨੂੰ ਇਸ਼ਾਰਾ ਕਰਕੇ ਤੇ ਨਹੀਂ ਨਾ ਕਹਿ ਰਿਹਾ ਵੀ ਤੂੰ ਇਸ ਰਾਸਤੇ ਤੇ ਜਾ, ਭੁਲਾ ਰਿਹਾ। ਅਸੀਂ ਆਪ ਭੁੱਲ ਰਹੇ ਹਾਂ, ਤੇ ਜਿਹੜਾ ਆਪ ਭੁੱਲਾਂ ਕਰ ਰਿਹਾ ਹੋਵੇ, ਉਹਨੂੰ ਫਿਰ ਕੌਣ ਰਾਹ ਵਿਖਾਵੇ? ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ, ਸ਼ਾਇਦ ਸਾਡੀ ਸਮਝ ਵਿੱਚ ਆ ਜਾਏਗੀ। ਕਿਉਂਕਿ ਅਸੀਂ ਝੂਠ ਬੋਲਦੇ ਹਾਂ ਛੋਟੇ ਮੋਟੇ, ਤੇ ਸਾਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਝੂਠ ਬੋਲ ਰਿਹਾ ਹਾਂ। ਤੇ ਜਦੋਂ ਮੈਨੂੰ ਪਤਾ ਹੈ ਮੈਂ ਝੂਠ ਬੋਲ ਰਿਹਾ ਹਾਂ, ਤੇ ਫਿਰ ਮੈਂ ਝੂਠ ਬੋਲ ਰਿਹਾ, ਤਾਂ ਮੈਨੂੰ ਕੌਣ ਸਮਝਾਏ? ਹੁਣ ਮੈਨੂੰ ਪਤਾ ਤੇ ਹੈ ਕਿ ਮੈਂ ਝੂਠ ਬੋਲ ਰਿਹਾ, ਸੱਚ ਦਾ ਮੈਨੂੰ ਪਤਾ ਹੈ। ਹੁਣ ਮੈਨੂੰ ਮੇਰੇ ਆਪਣੇ ਆਪੇ ਨੇ ਹੀ ਝੂਠ ਬੋਲਣ ਲਾ ਦਿੱਤਾ, ਤਾਂ ਮੈਨੂੰ ਕੌਣ ਸੱਚ ਤੇ ਲਾਏਗਾ? ਨੰਬਰ 2, ਜੇ ਕੋਈ ਮੈਨੂੰ ਸਮਝਾਏਗਾ ਨਾ ਕਿ ਗਿਆਨੀ ਜੀ ਜਾਂ ਵੀਰ ਜੀ, ਝੂਠ ਬੋਲਣਾ ਠੀਕ ਨਹੀਂ ਹੈ, ਇਹਦੇ ਇਹ ਨੁਕਸਾਨ ਨੇ, ਤਾਂ ਫਿਰ ਵੀ ਮੈਨੂੰ ਆਪ ਹਟਣਾ ਪੈਣਾ ਹੈ ਝੂਠ ਬੋਲਣ ਤੋਂ। ਕਿਸੇ ਦੇ ਕਹਿਣ ਦਾ ਮੇਰੇ ਤੇ ਕੋਈ ਉਹਦਾ ਅਸਰ ਨਹੀਂ ਹੈ। ਹਾਂ, ਉਹਦਾ ਜੇ ਮੈਂ ਸਮਝ ਲਵਾਂ, ਫਿਰ ਮੈਨੂੰ ਆਪ ਸਮਝਣਾ ਪੈਣਾ ਵੀ ਗੱਲ ਇਸ ਬੰਦੇ ਦੀ ਠੀਕ ਹੈ ਕਿ ਝੂਠ ਦੇ ਨੁਕਸਾਨ ਨੇ, ਤਾਂ ਝੂਠ ਬੋਲਣਾ ਛੱਡਣਾ ਮੈਨੂੰ ਆਪ ਪੈਣਾ ਹੈ। ਇਸ ਲਈ ਜਿਹੜਾ ਬੰਦਾ ਖੁਦ ਜਾਣਦਾ ਬੁੱਝਦਾ ਗਲਤੀ ਕਰ ਰਿਹਾ ਹੋਵੇ, ਉਹਨੂੰ ਕੌਣ ਸਮਝਾ ਸਕਦਾ? ਔਰ ਇਸ ਦੁਨੀਆ ਦੇ ਅੰਦਰ ਬਹੁਤੇ ਜੋ ਲੋਕ ਨੇ ਨਾ, ਬਹੁ ਗਿਣਤੀ, ਉਹ ਜਾਣ ਬੁੱਝ ਕੇ ਗਲਤੀਆਂ ਕਰ ਰਹੇ ਨੇ। ਪਤਾ ਸਾਰਿਆਂ ਨੂੰ ਹੈ, ਪਤਾ ਆਮ ਜਨਤਾ ਨੂੰ ਹੈ, ਪਤੀ ਪਤਨੀ ਨੂੰ ਤਾਂ ਉਹਨਾਂ ਨੂੰ ਪਤਾ ਹੈ ਕਿ ਪ੍ਰੇਮ ਨਾਲ ਰਹਿਣਾ ਚਾਹੀਦਾ, ਪਰ ਫਿਰ ਵੀ ਨਹੀਂ ਰਹਿ ਰਹੇ। ਪਤਾ ਹੈ ਕਿ ਪ੍ਰੇਮ ਨਾਲ ਰਿਹਾ ਜ਼ਿੰਦਗੀ ਦੇ ਅੰਦਰ ਖੁਸ਼ੀ ਹੋਏਗੀ, ਤੇ ਜਿਨ੍ਹਾਂ ਨੂੰ ਪਤਾ ਹੋਵੇ ਦੋਵਾਂ ਨੂੰ ਕਿ ਖੁਸ਼ੀ ਜ਼ਿੰਦਗੀ ਵਿੱਚ ਤਾਂ ਹੈ ਪ੍ਰੇਮ ਨਾਲ ਰਿਹਾ, ਤੇ ਫਿਰ ਪ੍ਰੇਮ ਨਾਲ ਨਾ ਰਹਿੰਦੇ ਹੁਣ, ਤੇ ਉਹਨਾਂ ਨੂੰ ਕੌਣ ਫਿਰ ਸਮਝਾਵੇ? ਕਿਉਂਕਿ ਉਹਨਾਂ ਨੇ ਆਪਣੇ ਆਪੇ ਨੂੰ ਭੁਲਾਇਆ ਹੋਇਆ ਹੈ ਨਾ। ਜਿਸ ਬੰਦੇ ਨੂੰ ਪਤਾ ਹੈ ਕਿ ਸ਼ਰਾਬ ਪੀਣ ਦੇ ਨਾਲ ਸਿਹਤ ਖਰਾਬ ਹੁੰਦੀ ਹੈ, ਪਤਾ ਹੈ, ਤੇ ਫਿਰ ਵੀ ਉਹ ਪੀ ਰਿਹਾ ਹੈ, ਤੇ ਹੁਣ ਉਹਨੂੰ ਕੌਣ ਸਮਝਾਵੇ? ਸਮਝਣਾ ਤੇ ਆਪ ਪੈਣਾ ਨਾ। ਤਾਂ ਇਸ ਲਈ ਇੱਥੇ ਇਸ ਪੰਕਤੀ ਰਾਹੀਂ ਸਾਨੂੰ ਸਾਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ, ਔਰ ਬੰਦੇ ਨੂੰ ਜ਼ਿੰਮੇਦਾਰ ਹੋਣ ਦੀ ਜ਼ਰੂਰਤ ਹੈ। ਆਪਣੇ ਜੀਵਨ ਨੂੰ ਸੈਲਫ ਐਨਾਲਿਸਿਸ ਕਰਨ ਦੀ ਲੋੜ ਹੈ। ਰੱਬੀ ਰਜ਼ਾ ਨੂੰ ਜੋ ਵੀ ਬੰਦਾ ਤੋੜੇਗਾ, ਉਹਦੀ ਜ਼ਿੰਦਗੀ ਅੰਦਰ ਦੁੱਖ ਔਰ ਅਸ਼ਾਂਤੀ ਆਉਣਗੇ ਹੀ ਆਉਣਗੇ। ਤੇ ਜਿਹੜਾ ਬੰਦਾ ਜਾਣ ਬੁੱਝ ਕੇ ਭੁੱਲ ਕਰੇਗਾ, ਉਹਦਾ ਨੁਕਸਾਨ ਉਹਨੂੰ ਭੁਗਤਣਾ ਹੀ ਪਵੇਗਾ। ਪਰਿਵਾਰਾਂ ਦੇ ਅੰਦਰ ਪਤਾ ਹੁੰਦਾ ਹੈ ਕਿ ਮੈਂ ਦੂਜੇ ਬੰਦੇ ਨਾਲ ਧੋਖਾ ਕਰ ਰਿਹਾ ਹਾਂ, ਤੇ ਜਦੋਂ ਪਤਾ ਹੈ ਕਿ ਮੈਂ ਧੋਖਾ ਕਰ ਰਿਹਾ, ਤੇ ਫਿਰ ਹੁਣ ਉਹਨੂੰ ਕੌਣ ਪੰਧ ਵਿਖਾਵੇ? ਜਿਹਨੂੰ ਪੰਧ ਦਾ ਪਤਾ ਵੀ ਹੈ ਕਿ ਇਹ ਗਲਤ ਹੈ। ਮੰਨ ਲਓ ਕੋਈ ਪਤੀ ਹੈ, ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਉਂਦਾ ਹੈ, ਤੇ ਉਹਨੂੰ ਪਤਾ ਹੈ ਕਿ ਮੈਂ ਗਲਤ ਕਰ ਰਿਹਾ, ਉਹਨੂੰ ਪਤਾ ਹੈ ਇਹ ਗਲਤ ਹੈ, ਤੇ ਫਿਰ ਵੀ ਜੇ ਗਲਤ ਕਰ ਰਿਹਾ ਹੋਵੇ ਤਾਂ ਕੌਣ ਸਮਝਾਏ? ਇਸੇ ਤਰ੍ਹਾਂ ਪਤਨੀ ਤੇ ਇਹ ਚੀਜ਼ ਲੱਗਦੀ, ਹਰ ਇੱਕ ਇਨਸਾਨ ਤੇ, ਰਿਸ਼ਵਤ ਤੇ ਜਾਂ ਝੂਠ ਤੇ, ਬੇਈਮਾਨੀ ਤੇ, ਠੱਗੀ ਤੇ, ਜੋ ਲੋਕ ਚੀਜ਼ਾਂ ਵਿੱਚ ਮਿਲਾਵਟਾਂ ਕਰ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਮਿਲਾਵਟ ਕਰ ਰਹੇ ਹਾਂ, ਔਰ ਗਲਤ ਚੀਜ਼ ਮਿਲਾ ਕੇ ਕਿਸੇ ਨੂੰ ਦੇਣੀ ਗਲਤ ਹੈ। ਹੁਣ ਉਹਨਾਂ ਲੋਕਾਂ ਨੂੰ ਕੌਣ ਸਮਝਾਏ ਜਿਨ੍ਹਾਂ ਨੂੰ ਸੱਚ ਦਾ ਪਤਾ ਹੀ ਹੈ?
ਤਾਂ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਔਰ ਆਪਣੇ ਅੰਦਰ ਸਚਾਈ ਨੂੰ ਪ੍ਰਗਟ ਕਰਨ ਦੀ। ਮਹਿਲਾ ਪਹਿਲਾ, ਸੋ ਗ੍ਰਹੀ ਜੋ ਨਿਗ੍ਰਹਿ ਕਰੇ। ਗ੍ਰਹੀ ਦਾ ਮਤਲਬ ਹੈ ਗ੍ਰਸਤੀ, ਨਿਗ੍ਰਹਿ ਦਾ ਮਤਲਬ ਹੈ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ। ਜਿਵੇਂ ਅੱਖਾਂ ਨੇ, ਕੰਨ ਹੈ, ਜ਼ਬਾਨ ਹੈ, ਇਹਨਾਂ ਨੂੰ ਵਿਕਾਰਾਂ ਵੱਲੋਂ, ਮਾੜੇ ਪਾਸੇ ਵੱਲੋਂ ਰੋਕਣ ਨੂੰ ਕਹਿੰਦੇ ਨੇ ਨਿਗ੍ਰਹਿ ਕਰਨਾ। ਹੁਣ ਅਸਲ ਗ੍ਰਸਤੀ ਕੌਣ ਹੈ? ਅਸਲ ਗ੍ਰਸਤੀ ਉਹ ਹੈ ਜੋ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਦਾ ਹੈ, ਉਹ ਸਫਲ ਗ੍ਰਸਤੀ ਹੈ। ਉਹਦੇ ਗ੍ਰਸਤ ਦੇ ਅੰਦਰ ਸੁਖ ਸ਼ਾਂਤੀ ਹੈ, ਉਹ ਅਸਲ ਗ੍ਰਸਤ ਨੂੰ ਨਿਭਾ ਰਿਹਾ ਹੈ, ਉਹ ਸੱਚਾ ਗ੍ਰਸਤੀ ਹੈ ਜਿਹੜਾ ਆਪਣੇ ਗਿਆਨ ਇੰਦਰੀਆਂ ਦੇ ਉੱਤੇ ਕੰਟਰੋਲ ਕਰਦਾ ਹੈ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਕੌੜੇ ਬੋਲ ਨਹੀਂ ਬੋਲਦਾ, ਮਾੜੀ ਨਜ਼ਰ ਨਾਲ ਕਿਸੇ ਵੱਲ ਨਹੀਂ ਤੱਕਦਾ। ਜਿਹਨੇ ਆਪਣੇ ਗਿਆਨ ਇੰਦਰੀਆਂ ਤੇ ਕੰਟਰੋਲ ਕੀਤਾ ਹੈ ਉਹ ਸਫਲ ਗ੍ਰਸਤੀ ਹੈ, ਉਹਦੇ ਗ੍ਰਸਤ ਵਿੱਚ ਸੁਖ ਸ਼ਾਂਤੀ ਹੈ। ਜਪ ਤਪ ਸੰਜਮ ਭੀਖਿਆ ਕਰੇ। ਇੱਥੇ ਜਪ ਦਾ ਮਤਲਬ ਹੈ ਜਾਣਨਾ, ਪ੍ਰਭੂ ਦੀ ਸਿਫਤ ਸਲਾਹ ਕਰਨੀ। ਤਪ ਦਾ ਮਤਲਬ ਇੱਥੇ ਹੈ ਘਾਲਣਾ, ਤੇ ਸੰਜਮ ਦਾ ਮਤਲਬ ਹੈ ਮਰਿਆਦਾ ਦੇ ਵਿੱਚ ਰਹਿਣਾ। ਯਾਨੀ ਜੋ ਪ੍ਰਭੂ ਪਾਸੋਂ ਭੀਖਿਆ ਕਰੇ ਦਾ ਮਤਲਬ ਖੈਰ ਮੰਗਦਾ ਹੈ। ਹੁਣ ਰੱਬ ਤੋਂ ਮੰਗਦਾ ਹੈ ਨਾ ਗ੍ਰਸਤੀ ਬੰਦਾ, ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਪਾਸੋਂ ਸਿਫਤ ਸਲਾਹ, ਕਰੜੀ ਘਾਲਣਾ ਔਰ ਸੰਜਮ ਦੀ ਖੈਰ ਮੰਗਦਾ ਹੈ ਕਿ ਮੇਰੇ ਜੀਵਨ ਦੇ ਅੰਦਰ ਚੰਗੇ ਸ਼ੁਭ ਗੁਣ ਹੋਣ। ਤਪ ਦਾ ਮਤਲਬ ਇੱਥੇ ਹੈ ਕਰੜੀ ਘਾਲਣਾ, ਕਿਰਤਾ ਆਦਿ ਕਰਨੀ, ਤੇ ਸੰਜਮ ਦਾ ਮਤਲਬ ਸੰਜਮ ਦੇ ਵਿੱਚ, ਸੰਤੋਖ ਦੇ ਵਿੱਚ ਰਹਿਣਾ। ਜਿਹੜਾ ਪ੍ਰਭੂ ਤੋਂ ਸਿਫਤ ਸਲਾਹ, ਕਰੜੀ ਘਾਲਣਾ, ਕਿਰਤ ਔਰ ਆਪਣੇ ਆਪ ਨੂੰ ਸੰਜਮ ਵਿੱਚ ਰੱਖਣ ਦੀ ਭੀਖਿਆ ਮੰਗਦਾ ਹੈ, ਦਾਨ ਮੰਗਦਾ ਹੈ, ਅਸਲ ਦੇ ਅੰਦਰ ਉਹ ਗ੍ਰਸਤੀ ਹੈ। ਪੁੰਨ ਦਾਨ ਕਾ ਕਰੇ ਸ਼ਰੀਰ। ਆਪਣੇ ਸਰੀਰ ਨੂੰ ਪੁੰਨ ਦਾਨ ਵਾਲਾ ਬਣਾ ਲਵੇ, ਜੋ ਆਪਣੇ ਸਰੀਰ ਨੂੰ ਹੀ ਪੁੰਨ ਦਾਨ ਵਾਲਾ ਬਣਾ ਲਵੇ। ਪੁੰਨ ਦਾਨ ਬਣਾਉਣ ਦਾ ਮਤਲਬ ਖਲਕਤ ਦੀ ਸੇਵਾ ਕਰਨੀ, ਦੂਜਿਆਂ ਦਾ ਸਹਿਯੋਗ ਕਰਨਾ। ਯਾਨੀ ਖਲਕਤ ਦੀ ਸੇਵਾ ਕਰਨ ਦੇ ਸੁਭਾਅ ਜਿਹਦੇ ਸਰੀਰ ਦੇ ਨਾਲ ਰਚ ਮਿਚ ਜਾਏ। ਪੁੰਨ ਦਾਨ ਕਾ ਕਰੇ ਸ਼ਰੀਰ, ਆਪਣੇ ਸਰੀਰ ਨੂੰ ਹੀ ਪੁੰਨ ਦਾਨ ਵਾਲਾ ਬਣਾ ਲੈ। ਮਤਲਬ ਜੋ ਸੇਵਾ ਕਰਨ ਵਾਲਾ ਭਾਵ ਹੈ ਉਹ ਬੰਦੇ ਦੇ ਅੰਦਰ ਰਚ ਮਿਚ ਜਾਏ, ਸਰੀਰ ਦੇ ਨਾਲ ਹੀ ਰਚ ਮਿਚ ਜਾਏ, ਅੱਖਾਂ ਕੰਨਾਂ ਦੇ ਨਾਲ, ਹੱਥਾਂ ਪੈਰਾਂ ਦੇ ਨਾਲ ਰਚ ਮਿਚ ਜਾਏ, ਇੱਕ ਦੂਜੇ ਦਾ ਸਹਿਯੋਗ ਕਰੇ, ਐਸਾ ਸੁਭਾਅ ਉਹਦਾ ਬਣ ਜਾਏ। ਸੋ ਗ੍ਰਹੀ ਗੰਗਾ ਕਾ ਨੀਰ। ਗੰਗਾ ਕਾ ਨੀਰ ਦਾ ਮਤਲਬ ਪਵਿੱਤਰ। ਉਹ ਗ੍ਰਸਤੀ ਗੰਗਾ ਜਲ ਵਰਗਾ ਪਵਿੱਤਰ ਹੋ ਜਾਂਦਾ, ਉਹਨੂੰ ਗੰਗਾ ਆਦਿਕ ਤੀਰਥਾਂ ਤੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ, ਉਹ ਖੁਦ ਹੀ ਗੰਗਾ ਦਾ ਨੀਰ ਹੈ। ਉਹ ਬਹੁਤ ਲੋਕਾਂ ਦੇ ਪਾਪਾਂ ਵਿਕਾਰਾਂ ਨੂੰ ਦੂਰ ਕਰਨ ਵਾਲਾ ਬਣ ਜਾਂਦਾ ਹੈ, ਉਹ ਬਹੁਤ ਲੋਕਾਂ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਬਣ ਜਾਂਦਾ ਹੈ, ਉਹ ਪਾਵਨ ਔਰ ਪਵਿੱਤਰ ਹੋ ਜਾਂਦਾ ਹੈ। ਉਹਨੂੰ ਫਿਰ ਕਿਸੇ ਗੰਗਾ ਆਦਿਕ ਤੀਰਥਾਂ ਦੇ ਉੱਤੇ ਨਹਾਉਣ ਦੀ ਲੋੜ ਨਹੀਂ ਹੈ, ਉਹ ਗੰਗਾ ਦੇ ਪਾਣੀ ਵਰਗਾ ਆਪ ਹੀ ਪਵਿੱਤਰ ਹੈ। ਉਹਦੀ ਸੋਚ ਪਵਿੱਤਰ, ਉਹਦੇ ਵਿਚਾਰ ਪਵਿੱਤਰ, ਉਸ ਦਾ ਬਿਹੇਵੀਅਰ ਪਵਿੱਤਰ ਹੋ ਜਾਂਦਾ ਹੈ। ਤਾਂ ਦੇਖੋ ਕਿੰਨਾ ਸਫਲ ਸਾਧਨ ਆਪਣੇ ਗ੍ਰਸਤ ਨੂੰ ਸੁਖੀ ਕਰਨ ਵਾਸਤੇ, ਕਿੰਨਾ ਸੋਹਣਾ ਛੋਟਾ ਜਿਹਾ ਮਤਲਬ ਪ੍ਰੋਗਰਾਮ ਗੁਰੂ ਜੀ ਦਾ। ਜੇ ਨਾ ਅਸੀਂ ਗੁਣਾਂ ਨੂੰ ਅਪਣਾ ਲਈਏ ਤਾਂ ਅਸੀਂ ਸਫਲ ਗ੍ਰਸਤੀ ਹੋ ਸਕਦੇ ਹਾਂ। ਗਿਆਨ ਇੰਦਰੀਆਂ ਤੇ ਕੰਟਰੋਲ ਕਰਨਾ, ਪ੍ਰਭੂ ਦੀ ਸਿਫਤ ਸਲਾਹ ਕਰਨੀ, ਗੁਣਾਂ ਦੇ ਧਾਰਨੀ ਹੋਣਾ, ਸੱਚੀ ਸੁੱਚੀ ਕਿਰਤ ਕਰਨੀ, ਸੰਜਮ ਦੇ ਵਿੱਚ ਰਹਿਣਾ, ਔਰ ਜਿਹੜਾ ਪਰਉਪਕਾਰੀ ਸੁਭਾਅ ਹੈ, ਇੱਕ ਦੂਜੇ ਦੀ ਹੈਲਪ ਕਰਨੀ, ਇਹੋ ਜਿਹਾ ਸੁਭਾਅ ਬਣਾ ਲੈਣਾ, ਤੇ ਉਹ ਗ੍ਰਸਤੀ ਗੰਗਾ ਦਾ ਨੀਰ ਹੈ, ਗੰਗਾ ਵਰਗਾ ਪਵਿੱਤਰ। ਉਹਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਬੋਲੇ ਈਸ਼ਰ ਸਤ ਸਰੂਪ। ਇੱਥੇ ਈਸ਼ਰ ਜੋ ਹੈ ਜੋਗੀ ਦੇ ਨਾਲ ਗੱਲਬਾਤ ਹੋ ਰਹੀ ਹੈ, ਤੇ ਗੁਰੂ ਜੀ ਕਹਿੰਦੇ ਨੇ ਕਿ ਹੇ ਈਸ਼ਰ, ਜਿਹੜਾ ਵੀ ਬੰਦਾ ਸਤ ਸਰੂਪ ਪ੍ਰਭੂ ਦੀ ਸਿਫਤ ਸਲਾਹ ਕਰੇਗਾ, ਉਹ ਬੰਦਾ ਪਰਮ ਤੰਤ ਮਹਿ ਰੇਖ ਨਾ ਰੂਪ। ਤੰਤ ਦਾ ਮਤਲਬ ਪਰਮ ਜੋਤ, ਪਰਮ ਤੰਤ ਦਾ ਮਤਲਬ ਪਰਮ ਤਤ, ਅਕਾਲ ਪੁਰਖ। ਮਹਿ ਦਾ ਮਤਲਬ ਵਿੱਚ, ਰੇਖ ਨਾ ਰੂਪ ਦਾ ਮਤਲਬ ਜਿਹਦਾ ਕੋਈ ਰੇਖ ਰੂਪ ਰੰਗ ਆਕਾਰ ਨਹੀਂ ਹੈ, ਉਹ ਇਨਸਾਨ ਉਸ ਪ੍ਰਭੂ ਦੇ ਅੰਦਰ ਮਿਲ ਜਾਏਗਾ, ਉਹਦੇ ਵਿੱਚ ਇੱਕ ਮਿਕ ਹੋ ਜਾਏਗਾ। ਪਰਮ ਤੰਤ ਦਾ ਮਤਲਬ ਪਰਮ ਤਤ ਪ੍ਰਭੂ। ਮਹਿ ਦਾ ਮਤਲਬ ਵਿੱਚ, ਪ੍ਰਭੂ ਵਿੱਚ। ਰੇਖਨਾ ਰੂਪ ਦਾ ਮਤਲਬ ਜਿਸ ਦਾ ਕੋਈ ਰੇਖ ਰੂਪ ਰੰਗ ਆਕਾਰ ਨਹੀਂ ਹੈ, ਉਸ ਪਰਮ ਤत्व ਪ੍ਰਭੂ ਦੇ ਅੰਦਰ ਉਹ ਬੰਦਾ ਇੱਕ ਮਿਕ ਹੋ ਜਾਏਗਾ। ਇਹ ਜੋਗੀਆਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ
ਕਿ ਜੇ ਤੁਸੀਂ ਵੀ ਇਹੋ ਜਿਹੀ ਸਿਫਤ ਸਲਾਹ ਕਰੋ ਤਾਂ ਤੁਹਾਡਾ ਵੀ ਜੀਵਨ ਸਫਲ ਹੋ ਸਕਦਾ ਹੈ। ਤੇ ਉਹ ਗ੍ਰਸਤੀ ਜਿਹੜਾ ਹੈ ਉਹ ਮਹਾਨ ਹੈ, ਕਿਉਂਕਿ ਗ੍ਰਸਤ ਛੱਡਣ ਦੀ ਲੋੜ ਨਹੀਂ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਮਹਿਲਾ ਪਹਿਲਾ, ਸੋ ਔਤੂਤੀ ਜੋ ਧੂਪੈ ਆਪ। ਹੁਣ ਗ੍ਰਸਤੀ ਦੀ ਗੱਲ ਕਰਕੇ ਨਾ ਔਤੂਤੀ ਦੀ ਗੱਲ ਕਰਦੇ ਨੇ। ਔਤੂਤ ਸ਼ਬਦ ਕਹਿੰਦੇ ਨੇ ਵਿਰਕਤ ਨੂੰ, ਔਤੂਤੀ ਕਹਿੰਦੇ ਨੇ ਤਿਆਗੀ, ਜਿਨੇ ਮਾਇਆ ਦੇ ਬੰਧਨ ਤੋੜੇ ਨੇ। ਧੂਪੈ ਦਾ ਮਤਲਬ ਤੁਖਾਂਦਾ ਹੈ, ਤੁਖਾਨ ਦਾ ਮਤਲਬ ਸਾੜ ਦਿੰਦਾ ਹੈ। ਜਿਵੇਂ ਆ ਸਾਧੂ ਧੂਣੀਆਂ ਨਹੀਂ ਦਿਖਾਉਂਦੇ, ਕਿਸੇ ਚੀਜ਼ ਨੂੰ ਸਾੜ ਦੇਣਾ, ਤੁਖਾ ਦੇਣਾ। ਆਪ ਦਾ ਮਤਲਬ ਆਪਾ ਭਾਵ, ਆਪਣੀ ਈਗੋ। ਸੋ ਔਤੂਤੀ ਜੋ ਧੂਪੈ ਆਪ। ਹੁਣ ਜਿਹੜੇ ਅਵਤੂਤ ਨੇ ਉਹ ਧੂਣੀਆਂ ਤੁਖਾਉਂਦੇ ਨੇ ਔਰ ਧੂਣੀਆਂ ਤੁਖਾ ਕੇ ਤਪੱਸਿਆ ਕਰਦੇ ਨੇ। ਗੁਰੂ ਜੀ ਕਹਿੰਦੇ ਨੇ ਸੰਸਾਰ ਨੂੰ ਛੱਡ ਕੇ, ਕਿਰਤ ਨੂੰ ਛੱਡ ਕੇ ਧੂਣੀਆਂ ਤਖਾਣੀਆਂ, ਇਹਦੇ ਨਾਲ ਕੋਈ ਸਫਲਤਾ ਦਾ ਸੰਬੰਧ ਨਹੀਂ ਹੈ, ਇਹਦੇ ਨਾਲ ਆਤਮਿਕ ਜੀਵਨ ਦਾ ਨਾਤਾ ਨਹੀਂ ਹੈ। ਸਗੋਂ ਅਸਲੀ ਤਿਆਗੀ ਉਹ ਹੈ ਜੋ ਆਪੇ ਭਾਵ ਨੂੰ ਸਾੜਦਾ ਹੈ। ਧੂਪੇ ਆਪ ਦਾ ਮਤਲਬ ਜੋ ਆਪਣੇ ਆਪ ਨੂੰ ਸਾੜਦਾ ਹੈ। ਆਪਣੇ ਆਪ ਨੂੰ ਸਾੜਨ ਦਾ ਮਤਲਬ ਆਪਣੀ ਈਗੋ ਨੂੰ ਖਤਮ ਕਰਦਾ ਹੈ, ਆਪਣੇ ਹੰਕਾਰ ਨੂੰ ਖਤਮ ਕਰਦਾ ਹੈ। ਅਸਲ ਤਿਆਗੀ ਉਹ ਹੈ। ਆ ਪੈਸੇ ਪੂਸੇ ਦਾ ਤਿਆਗ ਕੋਈ ਤਿਆਗ ਨਹੀਂ ਹੈ, ਕੋਈ ਗ੍ਰਸਤ ਨੂੰ ਛੱਡ ਕੇ ਚਲੇ ਜਾਣਾ ਹੈ ਕੋਈ ਤਿਆਗ ਨਹੀਂ ਹੈ। ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ, ਕਬੀਰ ਮਾਇਆ ਤਜੀ ਤੋ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਿਵਰ ਗਲੇ, ਮਾਨ ਸਭੈ ਕੋ ਖਾਏ। ਇੱਕ ਬੰਦਾ ਅਹੰਕਾਰ ਕਰ ਰਿਹਾ ਹੈ ਕਿ ਮੇਰੇ ਕੋਲ ਸਭ ਤੋਂ ਜ਼ਿਆਦਾ ਪੈਸਾ ਹੈ, ਸਭ ਤੋਂ ਜ਼ਿਆਦੀ ਪ੍ਰਾਪਰਟੀ ਹੈ, ਮੈਂ ਸਭ ਤੋਂ ਅਮੀਰ ਹਾਂ। ਇਹ ਉਹਦੀ ਈਗੋ ਹੈ ਕਿ ਮੇਰੇ ਵਰਗਾ ਅਮੀਰ ਕੋਈ ਨਹੀਂ, ਮੇਰੀ ਜਿੰਨੀ ਪ੍ਰਾਪਰਟੀ ਕਿਸੇ ਕੋਲ ਕੋਈ ਨਹੀਂ। ਉਹਦਾ ਤੇ ਇਹ ਹੰਕਾਰ ਹੈ। ਤੇ ਦੂਜਾ ਕਹਿ ਰਿਹਾ ਹੈ ਮੇਰੇ ਵਰਗਾ ਤਿਆਗੀ ਕੋਈ ਨਹੀਂ, ਮੈਂ ਸਾਰਾ ਕੁਝ ਹੀ ਤਿਆਗ ਦਿੱਤਾ ਹੈ। ਇੱਕ ਨੂੰ ਪ੍ਰਾਪਰਟੀ ਦਾ, ਪ੍ਰਾਪਤੀ ਦਾ ਹੰਕਾਰ ਹੈ, ਇੱਕ ਨੂੰ ਤਿਆਗ ਦਾ ਹੰਕਾਰ ਹੈ। ਦੋਵੇਂ ਬਰਾਬਰ ਹੀ ਨੇ। ਪ੍ਰੋਬਲਮ ਤਾਂ ਹੰਕਾਰ ਦੀ ਹੈ, ਈਗੋ ਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅਸਲੀ ਤਿਆਗੀ ਉਹ ਹੈ ਜਿਨੇ ਆਪਣੀ ਈਗੋ ਨੂੰ ਤਿਆਗਿਆ ਹੈ, ਹੰਕਾਰ ਨੂੰ ਤਿਆਗਿਆ ਹੈ, ਜੋ ਆਪਣੇ ਆਪੇ ਨੂੰ ਸਾੜਦਾ ਹੈ। ਧੂਣੀਆਂ ਲਾਉਣ ਦੀ ਲੋੜ ਨਹੀਂ। ਭਿਖਿਆ ਭੋਜਨ ਕਰੈ ਸੰਤਾਪ। ਸੰਤਾਪ ਦਾ ਮਤਲਬ ਕਸ਼ਟ ਸਹਾਰਨ। ਹੁਣ ਜਿਹੜੇ ਔਤੂਤੀ ਨੇ, ਤਿਆਗੀ ਨੇ, ਉਹਨਾਂ ਨੂੰ ਭੋਜਨ ਛਕਣ ਵਾਸਤੇ ਮੰਗਣਾ ਪੈਂਦਾ ਹੈ। ਘਰ ਦਾ ਤੇ ਤਿਆਗ ਕਰ ਦਿੱਤਾ, ਪੈਸਾ ਤਿਆਗ ਦਿੱਤਾ, ਕੱਪੜਾ ਤਿਆਗ ਦਿੱਤਾ, ਹੁਣ ਰੋਟੀ ਖਾਣੀ ਪੈਣੀ ਹੈ, ਸਰੀਰ ਨੇ ਭੋਜਨ ਮੰਗਣਾ ਹੈ। ਤੇ ਫਿਰ ਗ੍ਰਸਤੀਆਂ ਦੇ ਦਰ ਤੇ ਮੰਗਣ ਵਾਸਤੇ ਜਾਣਗੇ। ਤੇ ਜੇ ਫਿਰ ਗ੍ਰਸਤੀਆਂ ਦੇ ਦਰ ਤੇ ਮੰਗ ਕੇ ਹੀ ਖਾਣਾ ਹੈ ਤੇ ਫਿਰ ਆਪਣੀ ਕਿਰਤੀ ਛੱਡਣ ਦੀ ਕੀ ਲੋੜ ਸੀ। ਇਸ ਲਈ ਸੰਤਾਪ ਦਾ ਮਤਲਬ ਹੈ ਦੁੱਖ, ਖਿਜ। ਤਾਂ ਗੁਰੂ ਜੀ ਕਹਿੰਦੇ ਨੇ ਜੋ ਖਿਜ ਨੂੰ, ਦੁੱਖ ਨੂੰ ਭਿਖਿਆ ਦੇ ਵਿੱਚ ਲਿਆਂਦਾ ਹੋਇਆ ਭੋਜਨ ਬਣਾਉਂਦਾ ਹੈ, ਭਾਵ ਕਿ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੀ ਥਾਂ ਤੇ ਆਪਣੇ ਦੁੱਖਾਂ ਨੂੰ ਖਾ ਜਾਂਦਾ ਹੈ, ਸੰਤਾਪ ਨੂੰ ਖਾ ਜਾਂਦਾ ਹੈ, ਦੁੱਖਾਂ ਨੂੰ ਮੁਕਾ ਦਿੰਦਾ ਹੈ। ਜਿਹੜਾ ਅੰਦਰ ਖਿਜ ਹੈ ਨਾ ਬੰਦੇ ਦੇ, ਉਸ ਖਿਜ ਨੂੰ ਹੀ ਮੁਕਾ ਦੇਵੇ, ਉਹਨੂੰ ਖਾ ਜਾਏ। ਹੁਣ ਔਤੂਤੀ ਜਿਹੜਾ ਹੈ ਗ੍ਰਸਤੀਆਂ ਦੇ ਘਰਾਂ ਚੋਂ ਭੋਜਨ ਮੰਗ ਕੇ ਲਿਆ ਰਿਹਾ ਹੈ ਤੇ ਉਹ ਭੋਜਨ ਮੰਗ ਕੇ ਖਾ ਰਿਹਾ ਹੈ। ਗੁਰੂ ਜੀ ਕਹਿੰਦੇ ਨੇ ਇਸ ਲਈ ਤਿਆਗੀ ਅਸਲੀ ਉਹ ਹੈ ਜੋ ਆਪਣੀ ਈਗੋ ਨੂੰ ਸਾੜ ਦਿੰਦਾ ਹੈ ਔਰ ਜੋ ਆਪਣੇ ਦੁੱਖਾਂ ਨੂੰ ਖਾ ਜਾਂਦਾ ਹੈ, ਕਲੇਸ਼ ਨੂੰ ਮੁਕਾ ਦਿੰਦਾ ਹੈ, ਖਿਜ ਨੂੰ ਮੁਕਾ ਦਿੰਦਾ ਹੈ, ਅੰਦਰ ਦੇ ਵਿਕਾਰਾਂ ਨੂੰ ਖਾ ਜਾਂਦਾ ਹੈ। ਅਸਲੀ ਔਤੂਤੀ ਉਹ ਹੈ ਤੇ ਇਹਦੇ ਵਾਸਤੇ ਸੰਸਾਰ ਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਔਹਠ ਪਟਣ ਮਹਿ ਭੀਖਿਆ ਕਰੈ। ਔਹਠ ਸ਼ਬਦ ਦਾ ਅਰਥ ਹੈ ਅਵਕਟ, ਯਾਨੀ ਹਿਰਦਾ, ਸੋਚ। ਪਟਣ ਦਾ ਮਤਲਬ ਸ਼ਹਿਰ, ਭੀਖਿਆ ਕਰੇ ਦਾ ਮਤਲਬ ਭਿੱਖਿਆ ਮੰਗੇ। ਹੁਣ ਆਮ ਜੋ ਤਿਆਗੀ ਬੰਦਾ ਹੈ ਉਹ ਲੋਕਾਂ ਦੇ ਘਰਾਂ ਵਿੱਚ ਭੀਖਿਆ ਮੰਗ ਰਿਹਾ ਹੈ, ਭੋਜਨ, ਕੱਪੜਾ, ਪੈਸਾ ਆਦਿਕ ਇਹ ਉਹਦੀਆਂ ਲੋੜਾਂ ਨੇ, ਮੰਗਦਾ ਫਿਰਦਾ। ਤੇ ਗੁਰੂ ਜੀ ਕਹਿੰਦੇ ਨੇ ਅਸਲ ਔਤੂਤੀ ਉਹ ਹੈ ਜੋ ਆਪਣੇ ਹਿਰਦੇ ਸ਼ਹਿਰ ਵਿੱਚ ਟਿਕ ਕੇ ਤੇ ਉਥੋਂ ਪ੍ਰਭੂ ਤੋਂ ਸਿਫਤ ਸਲਾਹ ਦੀ ਖੈਰ ਮੰਗੇ, ਰੱਬੀ ਗੁਣਾਂ ਦੀ ਖੈਰ ਮੰਗੇ, ਆਪਣੇ ਅੰਦਰ ਟਿਕੇ ਤੇ ਆਪਣੇ ਅੰਦਰੋਂ ਗੁਣਾਂ ਦੀ ਖੈਰ ਮੰਗੇ। ਸ਼ੁਭ ਗੁਣ ਜਿਹੜੇ ਨੇ, ਸੱਚਾਈ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ, ਇਹਦੀ ਖੈਰ ਮੰਗੇ ਤੇ ਆਪਣੇ ਆਪ ਨੂੰ ਕਹੇ ਕਿ ਮੈਨੂੰ ਇਹ ਖੈਰ ਪਾ, ਭਾਵ ਕਿ ਆਪਣੇ ਇਹਨਾਂ ਗੁਣਾਂ ਨੂੰ ਯੂਜ਼ ਕਰੇ, ਆਪਣੇ ਹਿਰਦੇ ਘਰ ਵਿੱਚ ਟਿਕੇ।
ਆਪਣੇ ਅੰਦਰੋਂ ਸ਼ੁਭ ਗੁਣਾਂ ਦੀ ਖੈਰ ਮੰਗੇ, ਕਿਉਂਕਿ ਹਰ ਸ਼ੈ ਅੰਦਰ ਪਈ ਹੈ। ਹਰ ਬੰਦੇ ਦੇ ਅੰਦਰ ਐਸੀਆਂ ਸ਼ਕਤੀਆਂ ਨੇ ਕਿ ਉਹ ਸ਼ੁਭ ਗੁਣਾਂ ਦਾ ਧਾਰਨੀ ਹੋ ਸਕਦਾ ਹੈ, ਉਹ ਕਿਰਤ ਕਰਕੇ ਖਾ ਸਕਦਾ ਹੈ, ਉਹ ਆਪਣੇ ਸੰਸਾਰ ਦੇ ਅੰਦਰ ਸੰਬੰਧ ਚੰਗੇ ਬਣਾ ਸਕਦਾ ਹੈ, ਉਹ ਚੰਗੇ ਬੋਲ ਸਕਦਾ ਹੈ, ਚੰਗਾ ਬਿਹੇਵੀਅਰ ਕਰ ਸਕਦਾ ਹੈ, ਚੰਗੀ ਸ਼ਖਸੀਅਤ ਬਣਾ ਸਕਦਾ ਹੈ। ਇਹ ਸਾਰੀਆਂ ਜਿਹੜੀਆਂ ਪੋਸਿਬਿਲਿਟੀਆਂ ਨੇ ਉਹ ਸਾਰੀਆਂ ਇਸ ਬੰਦੇ ਦੇ ਅੰਦਰ ਮੌਜੂਦ ਨੇ, ਔਰ ਹਰ ਬੰਦੇ ਦੇ ਅੰਦਰ ਮੌਜੂਦ ਨੇ। ਅੰਦਰੋਂ ਭਿਖਿਆ ਮੰਗੇ, ਘਰ ਘਰ ਦੇ ਵਿੱਚ ਨਾ ਮੰਗਦਾ ਫਿਰੇ। ਸੋ ਔਤੂਤੀ ਸ਼ਿਵਪੁਰ ਚੜ੍ਹੈ। ਸ਼ਿਵ ਦਾ ਮਤਲਬ ਹੈ ਕਲਿਆਣ ਰੂਪ ਪ੍ਰਭੂ। ਸ਼ਿਵਪੁਰ ਦਾ ਮਤਲਬ ਪ੍ਰਭੂ ਦੇ ਦੇਸ਼ ਵਿੱਚ, ਪ੍ਰਭੂ ਦੇ ਚਰਨਾਂ ਵਿੱਚ। ਔਤੂਤੀ ਦਾ ਮਤਲਬ ਔਤੂਤ ਕਹਿਲਾਉਣ ਵਾਲਾ, ਜੋ ਤਿਆਗੀ ਹੈ। ਅਸਲ ਦੇ ਅੰਦਰ ਉਹ ਔਤੂਤ ਪ੍ਰਭੂ ਦੇ ਦੇਸ਼ ਵਿੱਚ ਅੱਪੜ ਜਾਂਦਾ ਹੈ। ਸ਼ਿਵਪੁਰ ਚੜ੍ਹੇ ਦਾ ਮਤਲਬ ਕਲਿਆਣਕਾਰੀ ਪ੍ਰਭੂ ਦੇ ਦੇਸ਼ ਵਿੱਚ ਪਹੁੰਚ ਜਾਂਦਾ ਹੈ, ਯਾਨੀ ਰੱਬ ਨੂੰ ਪਾ ਲੈਂਦਾ ਹੈ, ਯਾਨੀ ਰੱਬ ਵਰਗਾ ਹੋ ਜਾਂਦਾ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਉਹਦੀ ਉਹ ਅਵਸਥਾ ਬਣ ਜਾਂਦੀ ਹੈ। ਤਾਂ ਹੁਣ ਇੱਥੇ ਸਾਨੂੰ ਇਸ ਪੰਕਤੀ ਚੋਂ, ਇਸ ਪੌੜੀ ਚੋਂ ਕੀ ਮਿਲਿਆ, ਸ਼ਲੋਕ ਵਿੱਚੋਂ, ਕਿ ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ ਹੈ, ਸਗੋਂ ਘਰ ਗ੍ਰਸਤ ਦੇ ਅੰਦਰ ਰਹਿ ਕੇ ਆਪਣੇ ਆਪੇ ਨੂੰ ਖਤਮ ਕਰਨਾ ਹੈ, ਆਪਣੇ ਜੋ ਕਲ ਕਲੇਸ਼ ਨੇ ਉਹਨਾਂ ਨੂੰ ਖਤਮ ਕਰਨਾ ਹੈ, ਆਪਣੇ ਹਿਰਦੇ ਘਰ ਦੇ ਅੰਦਰ ਟਿਕ ਕੇ ਅੰਦਰੋਂ ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ, ਤੇ ਜਿਹੜਾ ਇਹ ਤਿੰਨ ਕੰਮ ਕਰੇਗਾ ਉਹ ਪ੍ਰਭੂ ਦੇ ਅੰਦਰ ਅਪੇਧ ਹੋ ਜਾਏਗਾ। ਬੋਲੇ ਗੋਰਖ ਸਤ ਸਰੂਪ। ਗੁਰੂ ਜੀ ਕਹਿੰਦੇ ਨੇ ਜੇ ਗੋਰਖ ਜੋਗੀ ਵੀ ਇਸ ਔਤੂਤ ਦੀ ਜੁਗਤੀ ਵਰਤ ਕੇ ਮੰਨੇ, ਸਤ ਸਰੂਪ ਪ੍ਰਭੂ ਦੇ ਗੁਣਾਂ ਨੂੰ ਗਾਏ, ਤਾਂ ਉਹ ਵੀ ਇਨਸਾਨ ਜਿਹੜਾ ਹੈ ਰੱਬ ਦਾ ਰੂਪ ਹੋ ਜਾਏਗਾ। ਗੁਰੂ ਜੀ ਕਹਿੰਦੇ ਨੇ ਹੇ ਗੋਰਖ ਸੁਣ, ਕਿ ਜੇ ਕੋਈ ਵੀ ਇਨਸਾਨ ਐਸੀ ਜ਼ਿੰਦਗੀ ਜੀਵੇਗਾ ਤਾਂ ਉਹ ਸੁਆਮੀ ਸੱਚ ਦਾ ਪੁਤਲਾ ਹੈ। ਸਤ ਸਰੂਪ ਦਾ ਮਤਲਬ ਸੱਚ ਦਾ ਪੁਤਲਾ, ਸੱਚ ਦਾ ਰੂਪ ਹੋ ਜਾਏਗਾ, ਕੋਈ ਵੀ ਹੋਵੇ ਬੰਦਾ। ਇਸ ਲਈ ਇਹ ਜੋਗੀਓ, ਸੰਸਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਵਿਚਰਨ ਦੀ ਜ਼ਰੂਰਤ ਨਹੀਂ ਹੈ। ਘਰ ਗ੍ਰਸਤ ਦੇ ਅੰਦਰ ਰਹਿ ਕੇ ਐਸੇ ਗੁਣਾਂ ਦੇ ਧਾਰਨੀ ਹੋ ਕੇ ਸੱਚ ਦੇ ਪੁਤਲੇ ਬਣਨ ਦੀ ਲੋੜ ਹੈ, ਸੱਚ ਦੇ ਅੰਦਰ ਸਮਾਨ ਦੀ ਜ਼ਰੂਰਤ ਹੈ। ਪਰਮ ਤੰਤ ਮਹਿ ਰੇਖ ਨਾ ਰੂਪ। ਉਹ ਇਨਸਾਨ ਪਰਮ ਤਤ ਪ੍ਰਭੂ ਦੇ ਅੰਦਰ ਮਿਲ ਜਾਏਗਾ, ਜਿਸ ਪ੍ਰਭੂ ਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ ਹੈ। ਮਹਿਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ। ਇੱਥੇ ਉਦਾਸੀ ਦਾ ਮਤਲਬ ਹੈ ਵਿਰਕਤ। ਉਦਾਸੀ ਸਾਧੂ ਨੇ, ਨਿਰਮਲੇ ਨੇ, ਉਦਾਸੀ ਨੇ, ਹੋਰ ਬਹੁਤ ਸਾਰੇ ਭੇਖ ਨੇ ਨਾ, ਇੱਥੇ ਉਸ ਭੇਖ ਦੀ ਗੱਲ ਹੋ ਰਹੀ ਹੈ। ਇੱਥੇ ਉਦਾਸੀ ਦਾ ਮਤਲਬ ਇਹ ਨਹੀਂ ਕਿ ਜਿਹੜਾ ਉਦਾਸ ਚਿੰਤਾ ਵਿੱਚ ਹੈ। ਉਦਾਸੀ ਇੱਕ ਮਤ ਹੈ ਜੋ ਸੰਸਾਰ ਨੂੰ ਛੱਡ ਦਿੰਦੇ ਨੇ, ਘਰ ਗ੍ਰਸਤ ਨੂੰ ਛੱਡਦੇ ਨੇ, ਸੰਸਾਰ ਵਿੱਚ ਤਾਂ ਰਹਿੰਦੇ ਨੇ, ਘਰ ਗ੍ਰਸਤ ਨੂੰ ਛੱਡ ਕੇ ਤੇ ਆਪਣੇ ਡੇਰੇ ਬਣਾ ਕੇ ਬਾਹਰ ਰਹਿੰਦੇ ਨੇ, ਤੇ ਆਪਣੇ ਆਪ ਨੂੰ ਉਦਾਸੀ ਕਹਿੰਦੇ ਨੇ। ਉਦਾਸੀ ਸੰਪਰਦਾ ਹੈ, ਉਦਾਸੀ ਸਾਧੂ ਨੇ। ਤਾਂ ਗੁਰੂ ਜੀ ਕਹਿੰਦੇ ਨੇ ਅਸਲ ਦੇ ਅੰਦਰ ਉਹ ਵਿਰਕਤ ਹੈ ਜੇ ਪਾਲੇ ਉਦਾਸ। ਪਾਲੇ ਦਾ ਮਤਲਬ ਜੋ ਕਾਇਮ ਰੱਖਦਾ ਹੈ। ਉਦਾਸ ਦਾ ਮਤਲਬ ਇੱਥੇ ਹੈ ਉਪਰਾਮਤਾ। ਅਸਲ ਦੇ ਅੰਦਰ ਉਹ ਵਿਰਕਤ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ, ਵੈਰਾਗ ਧਾਰਨ ਕਰਦਾ ਹੈ। ਉਪਰਾਮਤਾ ਦਾ ਮਤਲਬ ਹੈ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵਿਕਾਰਾਂ ਤੋਂ ਬਚਣਾ, ਉਹਨੂੰ ਕਹਿੰਦੇ ਨੇ ਉਪਰਾਮ। ਸੰਸਾਰ ਦੇ ਵਿੱਚ ਖਚਤ ਨਾ ਹੋਣਾ। ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਪਵਸਾਗਰ ਤਰੀਐ, ਨਾਨਕ ਨਾਮ ਵਖਾਣੇ। ਜਿਵੇਂ ਪਾਣੀ ਦੇ ਅੰਦਰ ਕਮਲ ਰਹਿੰਦਾ ਹੈ, ਪਾਣੀ ਵਿੱਚ ਰਹਿੰਦਾ ਹੋਇਆ ਡੁੱਬਦਾ ਨਹੀਂ, ਲਹਿਰਾਂ ਦੀਆਂ ਪਛਾੜਾਂ ਖਾਂਦਾ ਹੈ, ਡੁੱਬਦਾ ਨਹੀਂ। ਇਸੇ ਤਰ੍ਹਾਂ ਉਪਰਾਮ ਮਨੁੱਖ ਉਹ ਹੈ, ਸੰਸਾਰ ਅੰਦਰ ਸੁੱਖ ਔਰ ਦੁੱਖ ਦੀਆਂ ਲਹਿਰਾਂ ਆਉਂਦੀਆਂ ਨੇ, ਲੇਕਿਨ ਉਹ ਸੱਚ ਦਾ ਪੱਲਾ ਨਹੀਂ ਛੱਡਦਾ। ਉਹ ਸੰਸਾਰ ਦੇ ਅੰਦਰ ਮੁਰਗਾਬੀ ਦੀ ਤਰ੍ਹਾਂ ਰਹਿੰਦਾ ਹੈ, ਪਾਣੀ ਦੇ ਵਿੱਚ ਰਹਿ ਕੇ ਆਪਣੀ ਖੁਰਾਕ ਪੈਦਾ ਮੁਰਗਾਬੀ ਕਰਦੀ ਹੈ, ਪਰ ਪਾਣੀ ਦੇ ਵਿੱਚ ਡੁੱਬਦੀ ਨਹੀਂ ਹੈ। ਉਹ ਇਨਸਾਨ ਹੰਸ ਦੀ ਤਰ੍ਹਾਂ ਇਸ ਦੁਨੀਆ ਵਿੱਚ ਰਹਿੰਦਾ ਹੈ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਕੋਧਰੇ ਦੇ ਖੇਤ ਅੰਦਰ ਹੰਸ ਉੱਡ ਕੇ ਬਹਿ ਗਿਆ,
ਤੇ ਖੇਤ ਦਾ ਮਾਲਕ ਹੰਸ ਨੂੰ ਉਡਾਉਣ ਵਾਸਤੇ ਆਇਆ ਕਿ ਇਹ ਨੁਕਸਾਨ ਨਾ ਕਰੇ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਇਸ ਵਿਚਾਰੇ ਨੂੰ ਪਤਾ ਨਹੀਂ ਕਿ ਹੰਸ ਤੇ ਕੋਧਰਾ ਖਾਂਦਾ ਹੀ ਨਹੀਂ, ਉਹਨੇ ਨੁਕਸਾਨ ਕੀ ਕਰਨਾ। ਪੈਲੀ ਵਿੱਚ ਬੈਠਾ ਹੈ, ਉਹਨੇ ਬਹਿਣਾ ਹੈ, ਘੜੀ ਪਲ ਤੇ ਉਹਨੇ ਉੱਡ ਜਾਣਾ ਹੈ, ਉਹਨੇ ਨੁਕਸਾਨ ਕੋਈ ਨਹੀਂ ਕਰਨਾ ਕਿਉਂਕਿ ਖਾਂਦਾ ਹੀ ਨਹੀਂ। ਇਸੇ ਤਰ੍ਹਾਂ ਜੋ ਚੰਗੇ ਇਨਸਾਨ ਨੇ, ਜਿਹੜੇ ਅਸਲ ਉਦਾਸੀ ਨੇ, ਉਹ ਨੇ ਜੋ ਘਰ ਗ੍ਰਸਤ ਵਿੱਚ ਰਹਿੰਦੇ ਨੇ, ਆਪਣਾ ਕੰਮਕਾਰ ਕਰਦੇ ਨੇ, ਜ਼ਿੰਦਗੀ ਜੀਂਦੇ ਨੇ, ਲੇਕਿਨ ਵਿਕਾਰਾਂ ਤੋਂ ਬਚੇ ਹੋਏ ਨੇ, ਕਾਮ ਕ੍ਰੋਧ ਦੇ ਵਿੱਚ ਉਹ ਖਚਤ ਨਹੀਂ ਹਨ। ਉਹਨੂੰ ਉਪਰਾਮ ਕਹਿੰਦੇ ਨੇ। ਅਗਲਾ ਬਚਨ ਕਰਦੇ ਨੇ, ਅਰਧ ਉਰਧ ਕਰੇ ਨਿਰੰਜਨ ਵਾਸ। ਅਰਧ ਦਾ ਮਤਲਬ ਨੇੜੇ, ਉਰਧ ਦਾ ਮਤਲਬ ਉੱਤੇ, ਅਰਧ ਦਾ ਮਤਲਬ ਨੀਵਾਂ, ਉਰਧ ਦਾ ਮਤਲਬ ਉੱਚਾ, ਯਾਨੀ ਹਰ ਥਾਂ ਤੇ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਵਾਸ ਦਾ ਮਤਲਬ ਵਾਸਾ। ਅਸਲ ਦੇ ਅੰਦਰ ਉਹ ਉਦਾਸੀ ਹੈ ਜਿਹੜਾ ਹਰ ਥਾਂ ਮਾਇਆ ਤੋਂ ਰਹਿਤ ਪ੍ਰਭੂ ਦੇ ਵਾਸ ਨੂੰ ਜਾਣਦਾ ਹੈ। ਅਰਧ ਉਰਧ ਦਾ ਮਤਲਬ ਹੇਠਾਂ ਉੱਤੇ, ਹਰ ਥਾਂ ਤੇ। ਅਰਧ ਉਰਧ ਦਾ ਮਤਲਬ ਹਰ ਥਾਂ ਤੇ ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਦੇ ਵਾਸੇ ਨੂੰ ਜਾਣਦਾ ਹੋਵੇ ਕਿ ਹਰ ਥਾਂ ਦੇ ਉੱਤੇ ਰੱਬ ਵਸ ਰਿਹਾ ਹੈ। ਅਸਾਰਾ ਦਿਸਦਾ ਜਗਤ ਰੱਬ ਦਾ ਰੂਪ ਹੈ। ਹਰ ਇੱਕ ਦੇ ਅੰਦਰ ਪ੍ਰਭੂ ਵਸ ਰਿਹਾ ਹੈ। ਜੋ ਇਸ ਚੀਜ਼ ਨੂੰ ਜਾਣਦਾ ਹੈ, ਇੰਪਲੀਮੈਂਟ ਕਰਦਾ ਹੈ, ਉਹ ਉਦਾਸੀ ਹੈ ਅਸਲੀ। ਉਹਨੂੰ ਘਰ ਗ੍ਰਸਤ ਛੱਡਣ ਦੀ ਲੋੜ ਨਹੀਂ। ਚੰਦ ਸੂਰਜ ਕੀ ਪਾਏ ਗੰਢ, ਚੰਦ ਔਰ ਸੂਰਜ ਦੀ ਗੰਢ ਪਾ ਦੇਵੇ। ਹੁਣ ਇੱਥੇ ਚੰਦ ਦਾ ਮਤਲਬ ਹੈ ਸ਼ੀਤਲਤਾ, ਕਿਉਂਕਿ ਚੰਦਰਮਾ ਰਾਤ ਨੂੰ ਉਗਦਾ ਹੈ ਤੇ ਸ਼ੀਤਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੂਰਜ ਦਿਨੇ ਚੜ੍ਹਦਾ ਹੈ ਤੇ ਸੂਰਜ ਤੇਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪ੍ਰਕਾਸ਼, ਕਿਉਂਕਿ ਸੂਰਜ ਪ੍ਰਕਾਸ਼ ਦੇ ਰਿਹਾ ਹੈ। ਤਾਂ ਇੱਥੇ ਸ਼ਾਂਤੀ ਔਰ ਗਿਆਨ ਦੋਵਾਂ ਨੂੰ ਇਕੱਠਿਆਂ ਕਰੇ, ਦੋਵਾਂ ਦੀ ਗੰਢ ਪਾ ਦੇ, ਗਿਆਨ ਵੀ ਔਰ ਸ਼ਾਂਤੀ ਵੀ। ਆਮ ਬੰਦੇ ਦੇ ਕੋਲ ਗਿਆਨ ਹੈ ਪਰ ਉਹਦੇ ਕੋਲ ਸ਼ਾਂਤੀ ਨਹੀਂ ਹੈ, ਅਸ਼ਾਂਤ ਫਿਰਦੇ ਨੇ। ਬੜੇ ਗਿਆਨੀ, ਬੜੇ ਪੜ੍ਹੇ ਲਿਖੇ ਲੋਕ ਜਿਨ੍ਹਾਂ ਦੇ ਕੋਲ ਗਿਆਨ ਬਹੁਤ ਹੈ ਪਰ ਸ਼ਾਂਤੀ ਨਹੀਂ ਹੈ। ਪਰ ਕਈ ਲੋਕ ਸ਼ਾਂਤ ਨੇ ਲੇਕਿਨ ਗਿਆਨ ਨਹੀਂ, ਕਰਦੇ ਵੀ ਕੱਖ ਨਹੀਂ, ਐਵੇਂ ਪਏ ਨੇ। ਤਾਂ ਇਹ ਦੋਵੇਂ ਹੀ ਚੀਜ਼ਾਂ ਵਿਅਰਥ ਹੋ ਜਾਣਗੀਆਂ ਨਾ। ਇਸ ਲਈ ਗਿਆਨ ਔਰ ਸ਼ਾਂਤੀ ਦੋਵਾਂ ਦੀ ਗੰਢ ਪਾ ਦੇ, ਦੋਵਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰੇ। ਆਪਣੇ ਹਿਰਦੇ ਦੇ ਅੰਦਰ ਗਿਆਨ ਵੀ ਰੱਖੇ, ਗਿਆਨ ਦੀ ਵਰਤੋਂ ਕਰੇ, ਔਰ ਗਿਆਨ ਦੀ ਵਰਤੋਂ ਅਸ਼ਾਂਤੀ ਵਾਸਤੇ ਨਾ ਕਰੇ, ਗਿਆਨ ਦੀ ਵਰਤੋਂ ਸ਼ਾਂਤੀ ਵਾਸਤੇ ਕਰੇ। ਲੋਕਾਂ ਦੇ ਕੋਲ ਗਿਆਨ ਤੇ ਹੈ ਪਰ ਉਹ ਚੁਗਲੀਆਂ ਕਰਕੇ ਲੋਕਾਂ ਦੀਆਂ ਲੜਾਈਆਂ ਕਰਾਉਂਦੇ ਫਿਰਦੇ ਨੇ। ਗਿਆਨ ਤੇ ਹੈ ਪਰ ਐਟਮ ਬੰਬ ਬਣਾ ਦਿੱਤੇ ਨੇ। ਗਿਆਨ ਤੇ ਹੈ ਲੇਕਿਨ ਸ਼ਰਾਬਾਂ ਆਦਿ ਕੱਢਦੇ ਫਿਰਦੇ ਨੇ। ਗਿਆਨ ਤੇ ਹੈ ਲੇਕਿਨ ਲੜਦੇ ਫਿਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਗਿਆਨ ਔਰ ਸ਼ਾਂਤੀ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰੇ, ਗਿਆਨ ਦੀ ਵਰਤੋਂ ਸ਼ਾਂਤੀ ਵਾਸਤੇ ਕਰੇ, ਆਪ ਵੀ ਸ਼ਾਂਤ ਰਹੇ ਔਰ ਆਪਣੇ ਗਿਆਨ ਦੀ ਵਰਤੋਂ ਲੋਕਾਂ ਅੰਦਰ ਸ਼ਾਂਤੀ ਵਰਤਾਉਣ ਵਾਸਤੇ ਕਰੇ। ਤਿਸ ਉਦਾਸੀ ਕਾ ਪੜੈ ਨਾ ਕੰਧ। ਇਹਨੂੰ ਪੜੈ ਬੋਲਣਾ ਹੈ ਪੋਲਾ, ਪੜ੍ਹੇ ਨਹੀਂ ਬੋਲਣਾ। ਜੇ ਪੜ੍ਹੇ ਬੋਲਾਂਗੇ ਤੇ ਇਹਦਾ ਮਤਲਬ ਬਣ ਜਾਏਗਾ ਪੜ੍ਹਨਾ, ਜੋ ਅਸੀਂ ਕਿਤਾਬ ਆਦਿਕ ਪੜ੍ਹਦੇ ਹਾਂ। ਇੱਥੇ ਪੜ੍ਹੇ ਦਾ ਮਤਲਬ ਹੈ ਡਿੱਗਣਾ, ਪੜ੍ਹੇ, ਇਹਨੂੰ ਪੋਲਾ ਬੋਲਣਾ ਹੈ। ਤਿਸ ਉਦਾਸੀ ਕਾ ਪੜ੍ਹੇ ਨਾ ਕੰਧ। ਕੰਧ ਦਾ ਮਤਲਬ ਸਰੀਰ, ਨਾ ਪੜ੍ਹੇ ਦਾ ਮਤਲਬ ਢਹਿੰਦਾ ਨਹੀਂ। ਤਾਂ ਐਸਾ ਜੋ ਵਿਰਕਤ ਇਨਸਾਨ ਹੈ, ਉਹਦਾ ਸਰੀਰ ਵਿਕਾਰਾਂ ਵਿੱਚ ਨਹੀਂ ਡਿੱਗਦਾ, ਉਹਦਾ ਸਰੀਰ ਵਿਕਾਰਾਂ ਵਿੱਚ ਨਹੀਂ ਡਿੱਗਦਾ। ਆਮ ਬੰਦਾ ਹੈ ਡੋਲ ਜਾਂਦਾ ਨਾ। ਇੱਕ ਪਾਉਂਡ ਵੀ ਕਿਸੇ ਦਾ ਡਿੱਗਿਆ ਹੋਵੇ ਤੇ ਕਈ ਵਾਰ ਅਸੀਂ ਚੁੱਕ ਕੇ ਉਹਨੂੰ ਨਹੀਂ ਫੜਾਉਂਦੇ, ਜੇਬ 'ਚ ਪਾ ਲਿਆ ਤਾਂ ਡਿੱਗ ਗਿਆ ਨਾ ਬੰਦੇ ਦਾ ਸਰੀਰ। ਵਿਕਾਰ ਵਿੱਚ, ਲੋਭ ਵਿੱਚ, ਈਰਖਾ ਵਿੱਚ, ਕ੍ਰੋਧ ਵਿੱਚ, ਕਰੈਕਟਰਲੈਸ, ਕਿੰਨੇ ਸਾਰੇ ਵਿਕਾਰਾਂ ਵਿੱਚ ਬੰਦਾ ਡਿੱਗਦਾ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅਸਲੀ ਉਦਾਸੀ ਉਹ ਹੈ ਜੋ ਗ੍ਰਸਤ ਦੇ ਅੰਦਰ ਰਹਿੰਦਾ ਹੋਇਆ ਐਸੇ ਕਾਰਜ ਕਰਦਾ ਹੈ, ਉਹਦਾ ਸਰੀਰ ਵਿਕਾਰਾਂ ਦੇ ਵਿੱਚ ਨਹੀਂ ਡਿੱਗਦਾ ਹੈ। ਬੋਲੇ ਗੋਪੀ ਚੰਦ ਸਤ ਸਰੂਪ। ਗੋਪੀ ਚੰਦ, ਕਿਉਂਕਿ ਇੱਥੇ ਗੱਲਬਾਤ ਸਿੱਧਾਂ ਦੇ ਨਾਲ ਚੱਲ ਰਹੀ ਹੈ ਤੇ ਇਹਨਾਂ ਦੇ ਵਿੱਚ ਬੈਠਾ ਹੋਇਆ ਗੋਪੀ ਚੰਦ ਵੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸਤ ਸਰੂਪ ਪ੍ਰਭੂ ਦਾ ਯਸ਼ ਕਰਨਾ ਚਾਹੀਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਗ੍ਰਸਤ ਸੰਸਾਰ ਕਾਮ ਤਿਆਗਣ ਦੀ ਲੋੜ ਨਹੀਂ। ਤੇ ਜਿਹੜਾ ਵੀ ਐਸੀ ਜ਼ਿੰਦਗੀ ਜੀਵੇਗਾ, ਪਰਮ ਤੰਤ ਮਹਿ ਰੇਖ ਨਾ ਰੂਪ, ਜਿਸ ਪ੍ਰਭੂ ਦਾ ਕੋਈ ਰੂਪ, ਰੇਖ, ਰੂਪ, ਰੰਗ, ਆਕਾਰ ਨਹੀਂ ਹੈ,
ਉਹ ਜੋਗੀ ਉਹਦੇ ਅੰਦਰ ਸਮਾ ਜਾਏਗਾ। ਯਾਨੀ ਜੋਗੀ ਬਣਨ ਦੀ ਲੋੜ ਨਹੀਂ, ਸੰਸਾਰ ਛੱਡਣ ਦੀ ਜ਼ਰੂਰਤ ਨਹੀਂ, ਸੰਸਾਰ ਵਿੱਚ ਰਹਿੰਦਿਆਂ ਹੀ ਇਹ ਸ਼ੁਭ ਕਰਮ ਕੀਤੇ ਜਾ ਸਕਦੇ ਨੇ। ਮਹਿਲਾ ਪਹਿਲਾ, ਸੋ ਪਾਖੰਡੀ ਜੇ ਕਾਇਆ ਪਖਾਲੇ। ਇੱਥੇ ਜੋ ਪਖੰਡੀ ਸ਼ਬਦ ਹੈ ਨਾ, ਵੈਸੇ ਆਮ ਅਸੀਂ ਪਖੰਡੀ ਉਸ ਬੰਦੇ ਵਾਸਤੇ ਵੀ ਸ਼ਬਦ ਜੋ ਹੈ ਵਰਤਦੇ ਹਾਂ ਜੋ ਅੰਦਰੋਂ ਬਾਹਰੋਂ ਇੱਕ ਨਹੀਂ ਹੁੰਦਾ, ਜੋ ਅੰਦਰੋਂ ਬਾਹਰੋਂ ਇੱਕ ਨਹੀਂ, ਜੋ ਰੱਖਿਆ ਕਰਨ ਵਾਲੇ ਦਾ ਖੰਡਨ ਕਰੇ, ਵਿਖਾਵੇ ਦਾ ਧਰਮੀ, ਝੂਠਾ ਮਤ ਮੰਨਣ ਵਾਲਾ। ਪਾਪਖੰਡੀ ਦਾ ਸੰਖੇਪ ਵੀ ਗੁਰਬਾਣੀ ਦੇ ਅੰਦਰ ਹੈ, ਯਾਨੀ ਕਈ ਸਾਰੇ ਅਰਥ ਨੇ। ਪਰ ਇੱਕ ਗੱਲ ਯਾਦ ਰੱਖਣਾ ਕਿ ਜੋ ਪਾਖੰਡੀ ਹੈ ਨਾ, ਇੱਕ ਮਤ ਵੀ ਰਿਹਾ ਹੈ, ਜਿਵੇਂ ਉਦਾਸੀ, ਜਿਵੇਂ ਨਿਰਮਲੇ, ਜਿਵੇਂ ਹੋਰ ਮਤ ਨੇ ਨਾ ਜੋਗੀ, ਇਵੇਂ ਪਾਖੰਡੀ ਵੀ ਇੱਕ ਮਤ ਹੈ, ਵਾਮ ਮਾਰਗ ਦਾ ਮਤ, ਇੱਕ ਵਾਮੀ ਮਤ, ਜਿਹਦੇ ਅਨੁਸਾਰ ਲੋਕਾਂ ਦੀ ਨਜ਼ਰ ਤੋਂ ਬਚਣ ਖਾਤਰ ਜਾਣ ਬੁੱਝ ਕੇ ਵਿੱਚੋਂ ਹੋਰ ਤੇ ਉੱਤੋਂ ਹੋਰ ਕਰਮ ਕਰਨੇ ਦੱਸੇ ਗਏ ਨੇ। ਵਾਮ ਮਾਰਗੀਆਂ ਦਾ ਫਿਰਕਾ। ਤਾਂ ਗੁਰੂ ਜੀ ਕਹਿੰਦੇ ਨੇ ਅਸਲ ਪਾਖੰਡੀ ਉਹ ਹੈ ਜੋ ਆਪਣੇ ਸਰੀਰ ਨੂੰ ਧੋਵੇ। ਸਰੀਰ ਨੂੰ ਧੋਵੇ ਦਾ ਮਤਲਬ ਆਪਣੇ ਸਰੀਰ ਨੂੰ ਮੈਲ ਤੋਂ ਰਹਿਤ ਕਰੇ, ਮਤਲਬ ਕਿ ਅੱਖਾਂ ਨੇ, ਹੱਥ ਨੇ, ਗਿਆਨ ਇੰਦਰੇ ਜਿੰਨੇ ਵੀ ਨੇ, ਇਹਨਾਂ ਦੀ ਮੈਲ ਨੂੰ ਦੂਰ ਕਰੇ, ਇਹਨਾਂ ਨੂੰ ਸਾਫ਼ ਕਰੇ, ਨਜ਼ਰ ਨੂੰ ਸਾਫ਼ ਕਰੇ। ਬੰਦਿਆਂ ਦੀ ਨਜ਼ਰ ਨਹੀਂ ਨਾ ਸਾਫ਼ ਹੁੰਦੀ। ਜ਼ਬਾਨ ਨੂੰ ਸਾਫ਼ ਕਰੇ, ਮਤਲਬ ਕਿ ਜ਼ਬਾਨ ਦੇ ਬੋਲ ਸੱਚੇ ਔਰ ਪਿਆਰ ਵਾਲੇ ਹੋਣ। ਹੱਥਾਂ ਦੇ ਕੰਮਾਂ ਨੂੰ ਸਾਫ਼ ਕਰੇ, ਇਸ ਤੇ ਕੰਮ ਦੁੱਧ ਵਰਗੇ ਚਿੱਟੇ ਹੋਣ। ਤਾਂ ਅਸਲੀ ਉਹ ਹੈ ਜੋ ਸਰੀਰ ਵਿੱਚੋਂ ਪਾਪਾਂ ਦੀ ਹਸਤੀ ਨੂੰ ਮਿਟਾ ਦੇਵੇ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਬ੍ਰਹਮ, ਅਗਨ ਬ੍ਰਹਮ ਦਾ ਮਤਲਬ ਬ੍ਰਹਮ ਅਗਨੀ, ਰੱਬੀ ਜੋਤ। ਇੱਥੇ ਬ੍ਰਹਮ ਅਗਨ ਦਾ ਮਤਲਬ ਹੈ ਰੱਬੀ ਜੋਤ, ਰੱਬ ਦੇ ਗੁਣ। ਪਰ ਜਾਲੇ ਦਾ ਮਤਲਬ ਚੰਗੀ ਤਰ੍ਹਾਂ ਜਗਾਏ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਜੋ ਆਪਣੇ ਸਰੀਰ ਵਿੱਚ ਰੱਬੀ ਜੋਤ ਜਗਾਏ। ਰੱਬੀ ਜੋਤ ਦਾ ਮਤਲਬ ਰੱਬੀ ਗੁਣਾਂ ਦਾ ਪ੍ਰਕਾਸ਼ ਕਰੇ। ਗੁਣ ਅੰਦਰ ਹੈ ਨੇ ਲੇਕਿਨ ਜਗ ਨਹੀਂ ਰਹੇ। ਕਈ ਵਾਰ ਐਸਾ ਹੁੰਦਾ ਹੈ, ਸਾਡੇ ਘਰ ਲਾਈਟ ਫਿਟਿੰਗ ਹੋਈ ਪਈ ਹੈ, ਲਾਈਟ ਵੀ ਹੈ, ਸਵਿਚ ਵੀ ਹੈ, ਬਲਬ ਵੀ ਹੈ, ਲੇਕਿਨ ਅਸੀਂ ਜਗਾਇਆ ਨਹੀਂ ਹੋਇਆ, ਪਰ ਕਮਰੇ ਵਿੱਚ ਹਨੇਰਾ ਹੈ। ਹੁਣ ਜਦੋਂ ਤੱਕ ਸਵਿਚ ਔਨ ਨਹੀਂ ਕਰੋਗੇ ਕਮਰੇ ਵਿੱਚ ਚਾਨਣ ਨਹੀਂ ਹੋਏਗਾ। ਘਰ ਦੇ ਵਿੱਚ ਦੀਵਾ ਹੈ, ਤੇਲ ਦਾ ਭਰਿਆ ਹੋਇਆ ਹੈ, ਬੱਤੀ ਵੀ ਹੈ, ਕੋਲ ਮਾਚਿਸ ਵੀ ਪਈ ਹੈ, ਲੇਕਿਨ ਦੀਵਾ ਜਗਾਇਆ ਨਹੀਂ। ਤਾਂ ਬੇਸ਼ੱਕ ਤੇਲ ਦਾ ਭਰਿਆ ਹੋਏ ਦੀਵਾ, ਬੱਤੀ ਪਈ ਹੋਵੇ, ਮਾਚਿਸ ਕੋਲ ਪਈ ਹੋਵੇ, ਤਾਂ ਦੀਵਾ ਚਾਨਣ ਨਹੀਂ ਦੇਵੇਗਾ। ਤੇ ਜੇ ਕੋਈ ਤੀਲੀ ਬਾਲ ਕੇ ਉਹਨੂੰ ਜਗਾ ਦੇਵੇ ਤਾਂ ਉਹ ਕਮਰੇ ਨੂੰ ਚਾਨਣ ਦੇ ਨਾਲ ਭਰ ਦੇਵੇਗਾ। ਇਸੇ ਤਰ੍ਹਾਂ ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਗੁਣ ਮੌਜੂਦ ਨੇ, ਪਰ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰ ਰਹੇ। ਜੇ ਅਸੀਂ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਈਏ ਤੇ ਅਸੀਂ ਧਰਮੀ ਬਣ ਜਾਵਾਂਗੇ, ਅਸੀਂ ਰੱਬ ਦਾ ਰੂਪ ਹੋ ਜਾਵਾਂਗੇ, ਸਾਡੇ ਅੰਦਰ ਰੱਬ ਦਾ ਗਿਆਨ ਜਗ ਜਾਏਗਾ, ਸਾਡੇ ਅੰਦਰ ਰੱਬ ਦੇ ਗੁਣ ਜਗ ਜਾਣਗੇ, ਪ੍ਰਗਟ ਹੋ ਜਾਣਗੇ, ਅਸੀਂ ਰੱਬ ਵਰਗੇ ਹੋ ਜਾਵਾਂਗੇ। ਇਹਨੂੰ ਕਹਿੰਦੇ ਨੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਕਿ ਅਸਲੀ ਪਾਖੰਡੀ ਉਹ ਹੈ ਜੋ ਆਪਣੇ ਸਰੀਰ ਦੇ ਅੰਦਰ ਰੱਬੀ ਜੋਤ ਨੂੰ ਜਗਾਵੇ, ਆਪਣੇ ਅੰਦਰ ਰੱਬੀ ਗਿਆਨ ਪ੍ਰਗਟ ਕਰੇ, ਰੱਬੀ ਗੁਣਾਂ ਨੂੰ ਪ੍ਰਗਟ ਕਰੇ। ਸੁਪਨੇ ਬਿੰਦ ਨਾ ਦੇਈ ਝਰਣਾ। ਸੁਪਨੇ ਵਿੱਚ ਵੀ ਵੀਰਜ ਨੂੰ ਡਿੱਗਣ ਨਾ ਦੇਵੇ, ਭਾਵ ਕਿ ਸੁਪਨੇ ਦੇ ਅੰਦਰ ਵੀ ਪਰਾਈ ਔਰਤ ਦਾ ਖਿਆਲ ਨਾ ਕਰੇ। ਪਰਾਈ ਔਰਤ ਦਾ ਖਿਆਲ ਕਰਨਾ, ਪਰਾਈ ਔਰਤ ਨਾਲ ਸੰਬੰਧ ਬਣਾਉਣਾ ਜਾਂ ਪਰਾਈ ਔਰਤ ਬਾਰੇ ਸੰਬੰਧ ਬਣਾਉਣ ਬਾਰੇ ਸੋਚਣਾ, ਇਹ ਤਾਂ ਦੂਰ ਦੀ ਗੱਲ, ਕਿਤੇ ਸੁਪਨਾ ਵੀ ਨਾ ਲਵੇ ਪਰਾਈ ਔਰਤ ਦਾ। ਸੁਪਨੇ ਬਿੰਦ ਨਾ ਦੇਈ ਝਰਨਾ ਦਾ ਅੰਤਰੀਵ ਜੋ ਭਾਵ ਹੈ, ਭਾਵ ਅਰਥ ਇਹ ਹੈ ਕਿ ਕਦੇ ਸੁਪਨੇ ਦੇ ਅੰਦਰ ਵੀ ਨਾ ਸੋਚੇ ਪਰਾਈ ਔਰਤ ਬਾਰੇ, ਕਰੈਕਟਰ ਦਾ ਇੰਨਾ ਉੱਚਾ ਹੋਵੇ। ਕਿਸ ਪਾਖੰਡੀ ਜਰਾ ਨਾ ਮਰਨਾ। ਜਰਾ ਦਾ ਮਤਲਬ ਬੁਢੇਪਾ। ਤਾਂ ਐਸੇ ਪਾਖੰਡੀ ਮਨੁੱਖ ਨੂੰ ਨਾ ਬੁਢੇਪਾ ਆਉਂਦਾ ਹੈ ਨਾ ਮੌਤ ਹੁੰਦੀ ਹੈ। ਬੁਢੇਪਾ ਦਾ ਮਤਲਬ ਇਹ ਨਹੀਂ ਕਿ ਉਹ ਵਾਲ ਚਿੱਟੇ ਨਹੀਂ ਹੋਣਗੇ ਜਾਂ ਬੁੱਢਾ ਨਹੀਂ ਹੋਏਗਾ ਜਾਂ ਉਹਦਾ ਸਰੀਰ ਨਹੀਂ ਮਰੇਗਾ, ਉਹਦੇ ਅੰਦਰ ਆਤਮਿਕ ਬੁਢੇਪਾ ਨਹੀਂ ਆਏਗਾ। ਆਮ ਲੋਕ ਜਵਾਨੀ ਵਿੱਚ ਹੀ ਬੁੱਢੇ ਹੋਏ ਪਏ ਨੇ, ਉਹਨਾਂ ਦੇ ਅੰਦਰ ਕੋਈ ਜੋਸ਼ ਨਹੀਂ ਹੈ, ਸੱਚ ਨਹੀਂ ਬੋਲਣਾ ਚਾਹੁੰਦੇ, ਪ੍ਰਭੂ ਦਾ ਰੂਪ ਸਭ ਵਿੱਚ ਨਹੀਂ ਵੇਖਣਾ ਚਾਹੁੰਦੇ, ਚੰਗੇ ਕਰਮ ਨਹੀਂ ਕਰਨਾ ਚਾਹੁੰਦੇ। ਇਹੀ ਆਤਮਿਕ ਬੁਢੇਪਾ ਹੈ।
ਔਰ ਆਮ ਆਦਮੀ ਆਤਮਿਕ ਮੌਤ ਤੇ ਮਰ ਗਿਆ ਹੈ, ਅੰਦਰੋਂ ਇਨਸਾਨੀਅਤ ਮਰ ਗਈ ਹੈ, ਤਾਂ ਉਹਦੇ ਅੰਦਰ ਕਦੇ ਆਤਮਿਕ ਬੁਢਾਪਾ ਨਹੀਂ ਆਏਗਾ ਔਰ ਉਹ ਬੰਦਾ ਕਦੇ ਆਤਮਿਕ ਮੌਤ ਤੇ ਨਹੀਂ ਮਰੇਗਾ। ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਚਰਪਟ ਜੋ ਵੀ ਸਤ ਸਰੂਪ ਪ੍ਰਭੂ ਦੀ ਸਿਫਤ ਸਲਾਹ ਕਰੇਗਾ, ਐਸੀ ਜ਼ਿੰਦਗੀ ਜੀਵੇਗਾ, ਉਹ ਇਨਸਾਨ ਉਸ ਪ੍ਰਭੂ ਦੇ ਅੰਦਰ ਸਮਾ ਜਾਏਗਾ ਜਿਸ ਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ ਹੈ, ਉਹਦਾ ਰੂਪ ਹੋ ਜਾਏਗਾ। ਮਹਿਲਾ ਪਹਿਲਾ, ਸੋ ਬੈਰਾਗੀ ਜੇ ਉਲਟੇ ਬ੍ਰਹਮ। ਬੈਰਾਗੀਆਂ ਦਾ ਵੀ ਇੱਕ ਫਿਰਕਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬੈਰਾਗੀ ਕੌਣ ਹੈ? ਜੇ ਉਲਟੇ ਬ੍ਰਹਮ, ਉਹ ਮਨੁੱਖ ਜਿਸ ਨੇ ਦੁਨੀਆ ਦੀਆਂ ਖੁਆਇਸ਼ਾਂ ਵੱਲੋਂ ਆਪਣੇ ਮਨ ਨੂੰ ਪਰਤਾਇਆ ਹੈ। ਉਲਟੇ ਦਾ ਮਤਲਬ ਪਰਤਾਏ। ਆਮ ਬੈਰਾਗੀ ਕੀ ਹੁੰਦੇ ਨੇ ਕਿ ਦੁਨੀਆ ਨੂੰ ਛੱਡ ਜਾਂਦੇ ਨੇ, ਸੰਸਾਰ ਦੇ ਗ੍ਰਸਤ ਨੂੰ ਜਾਂ ਇਹਨਾਂ ਕੰਮਾਂ ਧੰਦਾਂ ਨੂੰ ਛੱਡ ਜਾਂਦੇ ਨੇ ਕਿ ਅਸੀਂ ਵੈਰਾਗੀ ਹੋ ਗਏ ਆ, ਫਲਾਂ ਬੰਦੇ ਨੂੰ ਵੈਰਾਗ ਪੈਦਾ ਹੋ ਗਿਆ ਤੇ ਉਹ ਸੰਸਾਰ ਨੂੰ ਛੱਡ ਕੇ ਜੰਗਲਾਂ ਵੱਲ ਚਲਾ ਗਿਆ। ਗੁਰਮਤ ਦਾ ਵੈਰਾਗ ਇਹ ਨਹੀਂ ਹੈ। ਗੁਰੂ ਜੀ ਕਹਿੰਦੇ ਨੇ, ਅਸਲ ਵੈਰਾਗੀ ਉਹ ਹੈ ਜੋ ਪ੍ਰਭੂ ਨੂੰ ਆਪਣੇ ਹਿਰਦੇ ਵੱਲ ਪਰਤਾਂਦਾ ਹੈ, ਭਾਵ ਜੋ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਦੀ ਸੇਜ ਤੇ ਲਿਆ ਵਸਾਏ, ਜਾਂ ਆਪਣੇ ਮਨ ਨੂੰ ਪ੍ਰਭੂ ਵੱਲ ਪਰਤਾਂਦਾ ਹੈ, ਆਪਣੇ ਮਨ ਨੂੰ ਸੰਸਾਰ ਵੱਲੋਂ ਪਰਤਾ ਲੈਂਦਾ ਹੈ, ਵਿਕਾਰਾਂ ਵੱਲੋਂ ਪਰਤਾ ਲੈਂਦਾ ਹੈ, ਉਹ ਰੱਬ ਵੱਲ ਲੈ ਆਉਂਦਾ ਹੈ, ਸ਼ੁਭ ਗੁਣਾਂ ਵੱਲ ਲੈ ਆਉਂਦਾ ਹੈ। ਅਸਲੀ ਵੈਰਾਗੀ ਉਹ ਹੈ ਜੋ ਆਪਣੇ ਮਨ ਨੂੰ ਪ੍ਰਭੂ ਵੱਲ ਪਰਤਾਂਦਾ ਹੈ, ਸੰਸਾਰ ਵੱਲੋਂ ਬਦਲ ਲੈਂਦਾ ਹੈ, ਮਾੜੀ ਬਿਰਤੀ ਨੂੰ ਛੱਡ ਦਿੰਦਾ ਹੈ, ਸ਼ੁਭ ਗੁਣਾਂ ਵਾਲੇ ਪਾਸੇ ਜੋੜ ਲੈਂਦਾ ਹੈ ਔਰ ਪ੍ਰਭੂ ਨੂੰ ਆਪਣੇ ਹਿਰਦੇ ਦੇ ਅੰਦਰ ਲਿਆ ਵਸਾਉਂਦਾ ਹੈ, ਗੁਣਾਂ ਨੂੰ ਆਪਣੇ ਹਿਰਦੇ ਵਿੱਚ ਲਿਆ ਵਸਾਉਂਦਾ। ਗगन ਮੰਡਲ ਮਹਿ ਰੋਪੈ ਥੰਮ। ਗगन ਦਾ ਮਤਲਬ ਆਕਾਸ਼, ਮੰਡਲ ਦਾ ਮਤਲਬ ਚੱਕਰ। ਗगन ਮੰਡਲ ਦਾ ਮਤਲਬ ਗਿਆਨ ਦੀ ਅਵਸਥਾ, ਗਿਆਨ ਮੰਡਲ। ਰੋਪੈ ਦਾ ਮਤਲਬ ਟਿਕਾਂਦਾ ਹੈ, ਥੰਮ ਦਾ ਮਤਲਬ ਥੰਮ। ਤੇ ਥੰਮ ਇੱਥੇ ਕੀ ਹੈ? ਗੁਰੂ ਦਾ ਸ਼ਬਦ, ਪ੍ਰਭੂ ਦੀ ਜੋ ਸਿਫਤ ਸਲਾਹ ਹੈ, ਸਹਾਰਾ ਲੈਣਾ, ਜੋ ਪ੍ਰਭੂ ਦੇ ਹੁਕਮ ਰੂਪ ਥੰਮ ਨੂੰ ਆਪਣੇ ਗਿਆਨ ਮੰਡਲ ਦੇ ਅੰਦਰ ਖੜਾ ਕਰਦਾ ਹੈ। ਭਾਵ ਕਿ ਜੋ ਪ੍ਰਭੂ ਦੇ ਗੁਣਾਂ ਨੂੰ, ਰੱਬੀ ਰਜ਼ਾ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਉਂਦਾ ਹੈ, ਜਿਸ ਦੇ ਸਹਾਰੇ ਸੁਰਤ ਜਿਹੜੀ ਹੈ ਉੱਚੀ ਰਹਿੰਦੀ ਹੈ। ਗगन ਮੰਡਲ ਦਾ ਅਰਥ ਕਈਆਂ ਨੇ ਦਸਮ ਦੁਆਰ ਕੀਤਾ ਹੈ, ਪਰ ਇੱਥੇ ਗगन ਮੰਡਲ ਦਾ ਮਤਲਬ ਹੈਗਾ ਗਿਆਨ ਮੰਡਲ, ਦਿਮਾਗ, ਗਿਆਨ ਮੰਡਲ, ਜੋ ਆਪਣੇ ਸੋਚ ਦੇ ਅੰਦਰ, ਜੋ ਆਪਣੀ ਸੁਰਤ ਦੇ ਅੰਦਰ ਪ੍ਰਭੂ ਦੇ ਨਾਮ ਦਾ, ਪ੍ਰਭੂ ਦੇ ਗੁਣਾਂ ਦਾ, ਪ੍ਰਭੂ ਦੇ ਹੁਕਮ ਦਾ ਸਹਾਰਾ ਲੈਂਦਾ ਹੈ। ਅਹਨਿਸ ਅੰਤਰ ਰਹਿ ਧਿਆਨ, ਤੇ ਦਿਨ ਰਾਤ ਪ੍ਰਭੂ ਦੀ ਯਾਦ ਦੇ ਅੰਦਰ ਜੁੜਿਆ ਰਹੇ। ਧਿਆਨ ਦਾ ਮਤਲਬ ਧਿਆਨ ਵਿੱਚ, ਜਿਹੜਾ ਦਿਨ ਰਾਤ ਪ੍ਰਭੂ ਦੇ ਧਿਆਨ ਵਿੱਚ ਰਹੇ, ਯਾਨੀ ਰੱਬੀ ਗੁਣਾਂ ਦੇ ਧਿਆਨ ਵਿੱਚ ਰਹੇ, ਜਿਸ ਤੇ ਧਿਆਨ ਦੇ ਅੰਦਰ ਹਮੇਸ਼ਾ ਰੱਬੀ ਗੁਣ ਨੇ। ਤੇ ਬੈਰਾਗੀ ਸਤ ਸਮਾਨ। ਸਤ ਦਾ ਮਤਲਬ ਪ੍ਰਭੂ, ਸਮਾਨ ਦਾ ਮਤਲਬ ਵਰਗਾ। ਇਹੋ ਜਿਹੇ ਜਿਹੜੇ ਵੈਰਾਗੀ ਨੇ ਉਹ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਉਹਨਾਂ ਨੂੰ ਦੁਨੀਆ ਤਿਆਗਣ ਦੀ ਲੋੜ ਨਹੀਂ ਪੈਂਦੀ, ਸਗੋਂ ਸੰਸਾਰ ਦੇ ਅੰਦਰ ਰਹਿੰਦੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਪਰਤਾ ਕੇ ਰੱਬੀ ਗੁਣਾਂ ਦੇ ਨਾਲ ਜੋੜ ਕੇ ਪ੍ਰਭੂ ਦਾ ਰੂਪ ਹੋ ਜਾਂਦੇ ਨੇ। ਬੋਲੇ ਭਰਥਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਜੋ ਸਤ ਸਰੂਪ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਗੁਣ ਗਾਉਂਦਾ ਹੈ, ਹੇ ਭਰਥਰ, ਉਹ ਇਨਸਾਨ ਰੂਪ ਰੇਖ ਰੰਗ ਤੋਂ ਨਿਆਰੇ ਪਰਮ ਤਤ ਪ੍ਰਭੂ ਦੇ ਅੰਦਰ ਸਮਾ ਕੇ ਉਹਦਾ ਰੂਪ ਹੋ ਜਾਂਦਾ ਹੈ। ਮਹਿਲਾ ਪਹਿਲਾ, ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਕੰਨ ਪੜਵਾ ਕੇ ਭੁਗਤ ਭੋਜਨ ਖਾਣ ਦਾ ਕੀ ਲਾਭ, ਇਸ ਨਾਲ ਬੁਰਾਈ ਕਿਵੇਂ ਮਰੇ ਤੇ ਅਸਲ ਵਿੱਚ ਜੀਵਨ ਦੀ ਜੁਗਤ ਕਿਵੇਂ ਮਿਲੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਮਰੇ ਦਾ ਮਤਲਬ ਦੂਰ ਹੋਵੇ, ਮੰਦਾ ਦਾ ਮਤਲਬ ਬੁਰਾਈ, ਕਿਉਂ ਦਾ ਮਤਲਬ ਕਿਵੇਂ। ਤਾਂ ਇਸ ਕੰਨ ਪੜਾਉਣ ਦੀ ਇਸ ਜੁਗਤ ਦੇ ਨਾਲ ਮਨ ਵਿੱਚੋਂ ਵਿਕਾਰ ਦੂਰ ਕਿਵੇਂ ਹੁੰਦਾ ਹੈ ਔਰ ਕਿਵੇਂ ਜੀਵਨ ਦੀ ਜੁਗਤ ਮਿਲਦੀ ਹੈ। ਤਾਂ ਇਸ ਜੁਗਤ ਨਾਲ ਨਾ ਹੀ ਮਨ ਵਿੱਚੋਂ ਵਿਕਾਰ ਦੂਰ ਹੁੰਦਾ ਹੈ ਔਰ ਨਾ ਹੀ ਉੱਚਾ ਜੀਵਨ ਮਿਲਦਾ ਹੈ। ਇਸ ਪੰਕਤੀ ਦਾ ਭਾਵ ਹੈ ਕਿ ਕੰਨ ਆਦਿਕ ਪੜਵਾਨ ਦੀ ਜੋ ਜੁਗਤ ਹੈ, ਇਹਦੇ ਨਾਲ ਨਾ ਮਨ ਵਿੱਚੋਂ ਵਿਕਾਰ ਦੂਰ ਹੁੰਦਾ ਹੈ ਔਰ ਨਾ ਹੀ ਉੱਚਾ ਜੀਵਨ ਮਿਲਦਾ ਹੈ। ਕੰਨ ਪੜਾਏ ਕਿਆ ਖਾਜੈ ਭੁਗਤ।
ਭੁਗਤ ਦਾ ਮਤਲਬ ਚੂਰਮਾ ਜਿਹੜੇ ਜੋਗੀ ਬਣਾਉਂਦੇ ਨੇ। ਤਾਂ ਫਿਰ ਕੰਨ ਪੜਵਾ ਕੇ ਚੂਰਮਾ ਖਾਣ ਦਾ ਕੀ ਲਾਭ ਹੋਇਆ? ਕੋਈ ਆਤਮਿਕ ਲਾਭ ਨਹੀਂ ਹੈ। ਆਸਤ ਨਾਸਤ ਏਕੋ ਨਾਉ, ਆਸਤ ਦਾ ਮਤਲਬ ਮੌਜੂਦ ਹੈ ਤੇ ਨਾਸਤ ਦਾ ਮਤਲਬ ਨਹੀਂ ਹੈ। ਏਕੋ ਨਾਉ ਤਾਂ ਗੁਰੂ ਜੀ ਕਹਿੰਦੇ ਨੇ ਕੇਵਲ ਪ੍ਰਭੂ ਦਾ ਨਾਮ ਹੀ ਹੈ ਜੋ ਸੰਸਾਰ ਦੀ ਹੋਂਦ ਔਰ ਅਣਹੋਂਦ ਦੋਵਾਂ ਵੇਲੇ ਮੌਜੂਦ ਹੈ। ਆਸਤ ਦਾ ਮਤਲਬ ਕਿ ਇਹ ਸੰਸਾਰ ਹੁਣ ਹੈ, ਤੇ ਨਾਸਤ ਦਾ ਮਤਲਬ ਜਦੋਂ ਇਹ ਨਹੀਂ ਹੋਵੇਗਾ ਜਾਂ ਜਦੋਂ ਇਹ ਨਹੀਂ ਸੀ, ਯਾਨੀ ਜਦੋਂ ਇਹ ਸੰਸਾਰ ਦੀ ਰਚਨਾ ਨਹੀਂ ਸੀ ਹੋਈ, ਹੋਂਦ ਵਿੱਚ ਜਗਤ ਨਹੀਂ ਸੀ ਆਇਆ, ਤੇ ਹੁਣ ਜਗਤ ਵਿੱਚ ਹੈ। ਆਸਤ ਦਾ ਮਤਲਬ ਹੈ, ਨਾਸਤ ਦਾ ਮਤਲਬ ਨਹੀਂ ਹੈ। ਏਕੋ ਨਾਉ, ਨਾਉ ਦਾ ਮਤਲਬ ਹੁਕਮ। ਤਾਂ ਇਹਨਾਂ ਦੋਵਾਂ ਹਾਲਾਤਾਂ ਦੇ ਵਿੱਚ ਜੋ ਪ੍ਰਭੂ ਦਾ ਹੁਕਮ ਹੈ ਉਹ ਕੰਮ ਕਰ ਰਿਹਾ ਸੀ। ਹੁਕਮ ਦਾ ਮਤਲਬ ਨਿਯਮ। ਰੱਬੀ ਹੁਕਮ ਦੋਵਾਂ ਹਾਲਾਤਾਂ ਦੇ ਵਿੱਚ ਕੰਮ ਕਰ ਰਿਹਾ ਹੈ, ਉਤਪत्ति ਵੇਲੇ ਵੀ ਔਰ ਜਦੋਂ ਉਤਪत्ति ਨਹੀਂ ਉਦੋਂ ਵੀ। ਕੌਣ ਸੋ ਅੱਖਰ ਜਿਤ ਰਹੇ ਹਿਆਓ, ਹਿਆਓ ਦਾ ਮਤਲਬ ਹਿਰਦਾ। ਜੇ ਕੋਈ ਪੁੱਛੇ ਕਿ ਕੰਨ ਪੜਵਾਇਆ ਮਨ ਨਹੀਂ ਟਿਕਦਾ, ਤਾਂ ਉਹ ਕਿਹੜਾ ਅੱਖਰ ਹੈ ਜਿਸ ਵਿੱਚ ਹਿਰਦਾ ਜੁੜਿਆ ਰਹਿ ਸਕਦਾ ਹੈ, ਬੁਰਾਈ ਮਿਟ ਸਕਦੀ ਹੈ? ਉਹ ਕਿਹੜਾ ਅੱਖਰ ਹੈ? ਉਹ ਕਿਹੜਾ ਉਪਦੇਸ਼ ਹੈ? ਉਹ ਕਿਹੜਾ ਸ਼ਬਦ ਹੈ? ਕਿਹੜਾ ਰਾਹ ਹੈ ਜਿੱਥੇ ਫਿਰ ਹਿਰਦਾ ਟਿਕਿਆ ਰਹੇ? ਤਾਂ ਗੁਰੂ ਜੀ ਕਹਿੰਦੇ ਨੇ, ਉਹਦਾ ਉੱਤਰ ਦੇ ਰਹੇ ਨੇ, ਧੂਪ ਛਾਮ ਜੇ ਸਮ ਕਰ ਸਹਿ। ਧੂਪ ਛਾਮ ਦਾ ਮਤਲਬ ਦੁੱਖ ਤੇ ਸੁੱਖ, ਸਮ ਦਾ ਮਤਲਬ ਬਰਾਬਰ। ਜੇ ਕੋਈ ਮਨੁੱਖ ਰੱਬੀ ਹੁਕਮ ਦੀ ਬਰਕਤ ਦੇ ਨਾਲ ਦੁੱਖ ਔਰ ਸੁੱਖ ਨੂੰ ਇੱਕ ਸਮਾਨ ਸਹਾਰਦਾ ਹੈ, ਤਾਂ ਨਾਨਕ ਆਖੈ ਗੁਰ ਕੋ ਕਹੈ। ਗੁਰ ਕਹੈ ਦਾ ਮਤਲਬ ਗੁਰੂ, ਗੁਰੂ ਆਖਦਾ ਹੈ, ਗੁਰੂ ਨੂੰ ਚੇਤੇ ਰੱਖਦਾ ਹੈ। ਕੋ ਦਾ ਮਤਲਬ ਕੋਈ ਮਨੁੱਖ। ਤਾਂ ਨਾਨਕ ਆਖਦਾ ਹੈ ਕਿ ਉਹ ਮਨੁੱਖ ਹੀ ਅਸਲ ਵਿੱਚ ਗੁਰੂ ਨੂੰ ਚੇਤੇ ਰੱਖਦਾ ਹੈ, ਭਾਵ ਗੁਰੂ ਦੇ ਆਸ਼ੇ ਅਨੁਸਾਰ ਤੁਰਦਾ ਹੈ, ਯਾਨੀ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਤਾਂ ਗੁਰੂ ਦੇ ਨਾਲ ਜੁੜਿਆ ਹੋਇਆ ਅਸਲ ਵਿੱਚ ਕਿਹੜਾ ਇਨਸਾਨ ਹੈ? ਧੂਪ ਛਾਮ ਜੇ ਸਮ ਕਰ ਸਹਿ, ਜੋ ਦੁੱਖ ਔਰ ਸੁੱਖ ਨੂੰ ਬਰਾਬਰ ਜਾਣਦਾ ਹੈ। ਦੁੱਖ ਔਰ ਸੁੱਖ ਵਿੱਚ ਰੱਬੀ ਹੁਕਮ ਤੋਂ ਦੂਰ ਨਹੀਂ ਹੁੰਦਾ, ਰੱਬੀ ਹੁਕਮ ਅਨੁਸਾਰ ਚੱਲਦਾ ਹੈ। ਗੁਰੂ ਜੀ ਕਹਿੰਦੇ ਨੇ ਅਸਲ ਗੁਰੂ ਦੇ ਨਾਲ ਜੁੜਿਆ ਹੋਇਆ ਉਹ ਇਨਸਾਨ ਹੈ। 6 ਵਰਤਾਰੇ ਵਰਤਹਿ ਪੂਤ, ਪੂਤ ਦਾ ਮਤਲਬ ਚੇਲੇ ਜੋਗੀਆਂ ਦੇ। 6 ਵਰਤਾਰੇ ਦਾ ਮਤਲਬ 6 ਭੇਖਾਂ ਵਿੱਚ ਜੋ ਨਾਥ ਦੇ ਚੇਲੇ ਨੇ, ਭਾਵ ਜੋ ਜੋਗੀ ਲੋਕ ਨੇ, ਉਹ 6 ਭੇਖਾਂ ਦੇ ਵਿੱਚ ਰੁੱਝੇ ਹੋਏ ਨੇ। ਨਾ ਸੰਸਾਰੀ ਨਾ ਔਤੂਤ, ਔਤੂਤ ਦਾ ਮਤਲਬ ਤਿਆਗੀ। ਗੁਰੂ ਜੀ ਕਹਿੰਦੇ ਨੇ ਅਸਲੀਅਤ ਇਹਨਾਂ ਦੀ ਇਹ ਹੈ ਕਿ ਨਾ ਤੇ ਉਹ ਸੰਸਾਰੀ ਨੇ, ਗ੍ਰਸਤੀ ਨੇ, ਨਾ ਹੀ ਵਿਰਕਤ ਨੇ, ਕਿਉਂਕਿ ਵਿਕਾਰਾਂ ਦਾ ਤਿਆਗ ਨਹੀਂ ਕੀਤਾ, ਅੰਦਰ ਸ਼ਾਂਤੀ ਆਈ ਨਹੀਂ, ਇਸ ਲਈ ਉਹ ਪੂਰਨ ਵਿਰਕਤ ਨਹੀਂ। ਤੇ ਗ੍ਰਸਤ ਨੂੰ ਉਹ ਛੱਡ ਬੈਠੇ ਨੇ, ਇਸ ਕਰਕੇ ਉਹ ਗ੍ਰਸਤੀ ਵੀ ਨਹੀਂ। ਨਿਰੰਕਾਰ ਜੋ ਰਹਿ ਸਮਾਏ, ਨਿਰੰਕਾਰ ਦੇ ਰਾਰੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਨਿਰੰਕਾਰ ਵਿੱਚ ਰਹਿ ਸਮਾਏ ਦਾ ਮਤਲਬ ਜੋ ਜੁੜਿਆ ਹੋਇਆ ਹੈ। ਜੋ ਮਨੁੱਖ ਇੱਕ ਨਿਰੰਕਾਰ ਵਿੱਚ ਜੁੜਿਆ ਹੋਇਆ ਹੈ, ਸਾਰੇ ਵਿਆਪਕ ਸੰਸਾਰ ਨੂੰ ਨਿਰੰਕਾਰ ਦਾ ਰੂਪ ਜਾਣਦਾ ਹੈ, ਹਰ ਇੱਕ ਵਿੱਚ ਰੱਬ ਨੂੰ ਸਮਝਦਾ ਹੈ, ਹਰ ਥਾਂ ਤੇ ਰੱਬ ਦੀ ਹੋਂਦ ਨੂੰ ਮਹਿਸੂਸ ਕਰਦਾ ਹੈ, ਉਹਦੇ ਗੁਣਾਂ ਦੇ ਅੰਦਰ ਸਮਾਇਆ ਹੋਇਆ ਹੈ। ਕਾਹੇ ਭਿਖਿਆ ਮੰਗਣ ਜਾਏ, ਉਹ ਭਿਖਿਆ ਮੰਗਣ ਵਾਸਤੇ ਕਿਉਂ ਜਾਏਗਾ? ਉਹ ਭਿਖਿਆ ਕਿਉਂ ਮੰਗੇਗਾ? ਕਦੇ ਵੀ ਉਹ ਭਿਖਾਰੀ ਨਹੀਂ ਬਣੇਗਾ, ਸਗੋਂ ਉਹ ਕਿਰਤ ਕਰਕੇ ਖਾਏਗਾ। ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਮੰਦਰ ਦਾ ਮਤਲਬ ਘਰ। ਵੈਸੇ ਤਾਂ ਹਰ ਸਰੀਰ ਦੇ ਅੰਦਰ ਪ੍ਰਭੂ ਵਸ ਰਿਹਾ ਹੈ, ਘਟ ਘਟ ਮੈਂ ਹਰ ਜੂ ਵਸੈ। ਉਂਝ ਤਾਂ ਸਾਰੇ ਸਰੀਰ ਹੀ ਰੱਬ ਦੇ ਰਹਿਣ ਦੇ ਥਾਂ ਨੇ, ਪਰ ਅਸਲ ਵਿੱਚ ਉਹ ਸਰੀਰ ਹਰੀ ਦਾ ਮੰਦਰ ਕਿਹਾ ਜਾ ਸਕਦਾ ਹੈ ਜਿੱਥੋਂ ਹਰ ਜਾਤਾ, ਜਿੱਥੋਂ ਰੱਬ ਨੂੰ ਜਾਣ ਲਿਆ ਜਾਏ, ਜਿਸ ਨੇ ਪਛਾਣ ਲਿਆ ਹੈ, ਜਿਸ ਨੇ ਅੰਦਰੋਂ ਪ੍ਰਗਟ ਕਰ ਲਿਆ ਹੈ, ਜੋ ਰੱਬ ਵਰਗਾ ਹੋ ਗਿਆ ਹੈ। ਮਾਨਸ ਦੇਹ ਗੁਰਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਮਾਨਸ ਦੇਹ ਦਾ ਮਤਲਬ ਮਨੁੱਖਾ ਸਰੀਰ, ਸਭ ਦਾ ਮਤਲਬ ਹਰ ਥਾਂ ਤੇ। ਜੋ ਮਨੁੱਖਾ ਸਰੀਰ ਹਰ ਮੰਦਰ ਹੈ, ਸੋ ਮਨੁੱਖਾ ਸਰੀਰ ਹਰ ਮੰਦਰ ਹੈ, ਕਿਉਂਕਿ ਮਨੁੱਖਾ ਸਰੀਰ ਵਿੱਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਔਰ ਹਰ ਥਾਂ ਉਹਦੀ ਵਿਆਪਕ ਜੋਤ ਦਿਸਦੀ ਹੈ ਰੱਬ ਹਰ ਥਾਂ। ਲੇਕਿਨ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਇਹ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ, ਗੁਰੂ ਦੀ ਸੋਚ ਨੂੰ ਅਪਣਾ ਕੇ ਉਹਨੂੰ ਹਰ ਥਾਂ ਤੇ ਪਛਾਣਿਆ ਜਾ ਸਕਦਾ ਹੈ।
ਬਾਹਰ ਮੂਲ ਨਾ ਖੋਜੀਐ, ਘਰ ਮਾਹੇ ਵਿਧਾਤਾ। ਵਿਧਾਤਾ ਦਾ ਮਤਲਬ ਸਿਰਜਣਹਾਰ। ਤਾਂ ਗੁਰੂ ਜੀ ਕਹਿੰਦੇ ਨੇ ਸਰੀਰ ਤੋਂ ਬਾਹਰ ਭਾਲਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਨਹੀਂ ਖੋਜਣਾ ਚਾਹੀਦਾ, ਕਿਉਂਕਿ ਘਰ ਮਾਹੇ ਵਿਧਾਤਾ ਜੋ ਸਿਰਜਣਹਾਰ ਪ੍ਰਭੂ ਹੈ ਉਹ ਤੇਰੇ ਅੰਦਰ ਵਸ ਰਿਹਾ ਹੈ। ਰੱਬੀ ਗੁਣ ਸਾਰਿਆਂ ਦੇ ਅੰਦਰ ਵਸ ਰਹੇ ਨੇ, ਸਤ ਸੰਤੋਖ ਆਦਿ। ਕੋਈ ਬੰਦਾ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਵਿੱਚ ਨਹੀਂ ਹਨ। ਤਾਂ ਬਾਹਰ ਲੱਭਣ ਦੀ ਲੋੜ ਨਹੀਂ, ਅੰਦਰ ਲੱਭਣ ਦੀ ਲੋੜ ਹੈ। ਤੁਹਾਡੇ ਅੰਦਰ ਐਸੀ ਪੋਸਿਬਿਲਿਟੀਜ਼ ਹੈ ਕਿ ਤੁਸੀਂ ਰੱਬ ਵਰਗੇ ਹੋ ਸਕਦੇ ਹੋ। ਰੱਬੀ ਗੁਣ ਤੁਹਾਡੇ ਅੰਦਰ ਵਸ ਰਹੇ ਨੇ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿਨੀ ਜਨਮ ਗਵਾਤਾ। ਆਪ ਹੁਦਰੇ ਜੋ ਮਨੁੱਖ ਨੇ, ਇਹ ਸਰੀਰ ਦੀ ਕਦਰ ਨੂੰ ਨਹੀਂ ਸਮਝਦੇ ਕਿ ਇਹ ਸਰੀਰ ਰੱਬ ਦਾ ਘਰ ਹੈ। ਉਹਨਾਂ ਨੇ ਆਪਣਾ ਸਾਰਾ ਮਨੁੱਖਾ ਜਨਮ ਹੀ ਗਵਾ ਲਿਆ ਹੈ, ਕਿਉਂਕਿ ਆਪ ਹੁਦਰੇ ਮਨੁੱਖ ਨੇ ਕਦਰ ਹੀ ਨਹੀਂ ਜਾਣੀ ਕਿ ਮੈਂ ਅੱਖਾਂ ਕੰਨ ਨੱਕਾਂ ਨੂੰ ਐਵੇਂ ਵੀ ਯੂਜ਼ ਕਰ ਸਕਣਾ ਕਿ ਮੈਨੂੰ ਰੱਬ ਵਰਗਾ ਬਣਾ ਦੇਣ। ਇਹਨੇ ਆਪਣੀ ਜ਼ਬਾਨ ਦੀ, ਕਰਮਾਂ ਦੀ, ਸੋਚ ਦੀ, ਸਰੀਰ ਦੀ ਸਾਰ ਹੀ ਨਹੀਂ ਸਮਝੀ ਕਿ ਇਹਦੇ ਨਾਲ ਮੈਂ ਸਤ ਸੰਤੋਖ, ਦਇਆ, ਧਰਮ, ਧੀਰਜ ਦਾ ਧਾਰਨੀ ਹੋ ਕੇ ਮਹਾਨ ਵਿਅਕਤੀ ਬਣ ਸਕਦਾ ਸਾਂ। ਤੇ ਬੰਦੇ ਨੇ ਆਪਣਾ ਜੀਵਨ ਹੀ ਬਰਬਾਦ ਕਰ ਲਿਆ, ਆਪਣੀ ਜ਼ਿੰਦਗੀ ਬਰਬਾਦ ਕਰ ਲਈ। ਰੱਬ ਵਰਗਾ ਹੋ ਕੇ ਜੀ ਸਕਦਾ ਸੀ, ਲੇਕਿਨ ਇਹ ਵਿਕਾਰਾਂ ਦੇ ਘੱਟੇ ਮਿੱਟੀ ਦੇ ਵਿੱਚ ਹੀ ਰੁਲਦਾ ਰਿਹਾ। ਤਾਂ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹ ਮਨੁੱਖਾ ਸਰੀਰ ਦੀ ਕਦਰ ਨਹੀਂ ਸਮਝਦਾ ਤੇ ਉਹਨੇ ਆਪਣਾ ਜਨਮ ਗਵਾ ਲਿਆ। ਸਭ ਮਹਿ ਇੱਕ ਵਰਤਦਾ, ਗੁਰ ਸ਼ਬਦੀ ਪਾਇਆ ਜਾਈ। ਹੁਣ ਗੁਰੂ ਜੀ ਸਮਝਾ ਰਹੇ ਨੇ ਕਿ ਸਾਰਿਆਂ ਦੇ ਅੰਦਰ ਇੱਕ ਪ੍ਰਭੂ ਆਪ ਹੀ ਵਰਤ ਰਿਹਾ ਹੈ। ਸਭ ਦੇ ਅੰਦਰ ਇੱਕ ਪ੍ਰਭੂ ਆਪ ਹੀ ਵਸ ਰਿਹਾ ਹੈ, ਪਰ ਮਿਲੇਗਾ ਕਿਵੇਂ? ਗੁਰ ਸ਼ਬਦੀ ਪਾਇਆ ਜਾਈ। ਗੁਰੂ ਦੇ ਸ਼ਬਦ ਰਾਹੀਂ ਉਸ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ। ਵਸ ਹਰ ਇੱਕ ਦੇ ਅੰਦਰ ਉਹ ਪ੍ਰਭੂ ਹੀ ਰਿਹਾ ਹੈ, ਲੇਕਿਨ ਉਹਨੂੰ ਆਮ ਬੰਦਾ ਜਾਣ ਨਹੀਂ ਪਾ ਰਿਹਾ, ਉਸ ਰੱਬ ਵਰਗਾ ਹੋ ਨਹੀਂ ਪਾ ਰਿਹਾ। ਹਰ ਇਨਸਾਨ ਦੇ ਅੰਦਰ ਰੱਬੀ ਗੁਣ ਮੌਜੂਦ ਨੇ। ਰੱਬ ਵਰਗਾ ਇਹ ਬੰਦਾ ਹੋ ਕੇ ਜੀ ਸਕਦਾ ਹੈ, ਪਰ ਕਿਵੇਂ ਜੀ ਸਕਦਾ ਹੈ? ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਯਾਨੀ ਗੁਰੂ ਦੀ ਸੋਚ ਨੂੰ ਅਪਣਾ ਕੇ ਜੇ ਗੁਰੂ ਗਿਆਨ ਮੁਤਾਬਕ ਇਹ ਜ਼ਿੰਦਗੀ ਜੀਵੇ ਤਾਂ ਹਰ ਇਨਸਾਨ ਆਪਣੇ ਹੀ ਅੰਦਰੋਂ ਰੱਬੀ ਗੁਣਾਂ ਨੂੰ ਲੱਭ ਕੇ ਉਹਨਾਂ ਗੁਣਾਂ ਦਾ ਧਾਰਨੀ ਹੋ ਕੇ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਉਹ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਕੋਈ ਆਪਣਾ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਆਪਣੇ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ